ਇਹ ਅੱਜ ਆਪਾਂ ਕਬੀਰ ਸਾਹਿਬ ਦੀ ਜਿਹੜੀ ਬਾਣੀ ਲੈ ਰਹੇ ਸੀਗੇ, ਸਿਮਰਨ ਦੇ ਬਾਰੇ ਬਾਣੀ ਸੀਗੀ ਕਬੀਰ ਸਾਹਿਬ ਦੀ। ਉਹ ਸੀਗਾ ਹਾਂਜੀ, अंग 971 अंग 971 971 राग रामकली। ਤੇ ਕਬੀਰ ਜੀ ਦੀ ਬਾਣੀ ਹੈਗੀ, ਉਹਨਾਂ ਦਾ ਜਿਹੜਾ ਰਾਮਕਲੀ ਰਾਗ ਦੇ ਵਿੱਚ 9ਵਾਂ ਸ਼ਬਦ ਹੈਗਾ। ਇਹ ਜਿਹੜਾ ਹੈਗਾ ਸਿਮਰਨ ਦੇ ਬਾਰੇ ਹੈਗਾ ਪੂਰਾ ਦਾ ਪੂਰਾ। ਜਿਹ ਸਿਮਰਨ ਹੋਏ ਮੁਕਤ द्वार, जाहे बैकुंठ नहीं संसार। निरपौ के घर बजावें तूर, अनहद बजें सदा भरपूर। ऐसा सिमरन कर मन माहे, बिन सिमरन मुक्त कत नाहे रहाओ। ਹੁਣ ਪਹਿਲਾਂ ਦੇਖੋ, ਕਹਿੰਦੇ ਮਨ ਸਿਮਰਨ ਮਨ ਦੇ ਵਿੱਚ ਕਰਨਾ ਹੈ। ਪਹਿਲੀ ਗੱਲ ਦੇਖ ਲਓ, ਸਿਮਰਨ ਕਰਨਾ ਹੈ ਆਪਾਂ ਨੇ ਮਨ ਦੇ ਵਿੱਚ, ਕੰਡੀਸ਼ਨ ਹੈਗੀ ਆ। ਸਿਮਰਨ ਕਹਿੰਦੇ ਔਰ ਸਿਮਰਨ ਹੈ ਕੀ ਚੀਜ਼? ਸਿਮਰਨ ਮਨ ਦੇ ਵਿੱਚ ਕਰਨਾ ਆ, ਔਰ ਬਗੈਰ ਸਿਮਰਨ ਦੇ ਕਹਿੰਦੇ ਬਿਨ ਸਿਮਰਨ ਮੁਕਤ ਕਤ ਨਾ ਹੈ। ਇਸ ਤੋਂ ਬਗੈਰ ਕਹਿੰਦੇ ਮੁਕਤੀ ਕਿਤੇ ਵੀ ਨਹੀਂ ਹੈਗੀ। ਕੋਈ ਵੀ ਮੁਕਤੀ ਨਹੀਂ ਦੇ ਸਕਦਾ, ਕੋਈ ਮੁਕਤੀ ਕਰਾ ਹੀ ਨਹੀਂ ਸਕਦਾ। ਔਰ ਮੁਕਤੀ ਕਾਹਦੀ ਤੋਂ ਹੈਗੀ? ਮੁਕਤੀ ਹੈਗੀ ਭਾਈ ਆ ਜਨਮ ਮਰਨ ਤੋਂ। ਆਹ ਜਿਹੜਾ ਜੂਨਾ ਹੈਗੀਆਂ, ਮਾਂ ਦੇ ਪੇਟ 'ਚ ਬਾਰ-ਬਾਰ ਜਾਣਾ, ਮਾਂ ਦੇ ਪੇਟ ਦੇ ਵਿੱਚ 9 ਮਹੀਨੇ ਮਾਂ ਦੇ ਪੇਟ 'ਚ ਰਹਿਣਾ, ਔਰ ਫਿਰ ਜਿਹੜਾ ਹੈਗਾ ਫਿਰ ਕਰਮ ਜਿਹੜੇ ਹੈਗੇ, ਕਰਮਾਂ ਦੇ ਅਧੀਨ ਜਿਹੜੇ ਹੈਗੇ ਆਪਾਂ, ਫਿਰ ਕਰਮਾਂ ਤੋਂ ਛੁਟਕਾਰਾ। ਕਿਉਂਕਿ ਫਿਰ ਆਪਾਂ ਜਿੱਥੇ ਜਿੱਥੇ ਆਪਣੀ ਜਿਹੜੀ ਇੱਛਾਵਾਂ ਹੈਗੀਆਂ, ਆਸਾ ਅਤੇ ਮਨਸਾ ਹੈਗੀਆਂ, ਉਹਦੇ ਨਾਲ ਆਪਣਾ ਕਾਰਨ ਸ਼ਰੀਰ ਬਣ ਜਾਣਾ, ਉਹ ਲੀਹਾਂ ਬਣ ਜਾਣੀਆਂ, ਉਹ ਟੇਸਟ ਬਣ ਜਾਣੇ ਆਪਣੇ। ਉਹ ਟੇਸਟ ਫਿਰ ਉਹਨਾਂ ਦੇ ਅਨੁਸਾਰ ਆਪਾਂ ਨੇ ਜਿਹੜਾ ਹੈਗਾ ਮਨੁੱਖੀ ਜੂਨ ਜਿਹੜੀ ਪਾਈ ਆ, ਇਹਨੂੰ ਯੂਜ਼ ਕਰਨਾ ਹੈ। ਅਤੇ ਇਹਦੇ ਨਾਲ ਕੀ ਹੋ ਗਿਆ? ਕਾਰਨ ਸ਼ਰੀਰ ਵੱਧ ਗਿਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵੱਧ ਗਏ। ਇਹਦੇ ਨਾਲ ਆਪਣੇ ਜਿਹੜੇ ਹੈਗੇ ਆਤਮਾ ਦੇ ਨਾਲ ਜਿਹੜਾ ਹੈਗਾ ਮਨ ਰੂਪੀ ਪੱਥਰ ਜਿਹੜਾ ਹੈਗਾ ਚੱਟਾਨ ਬਣ ਗਿਆ। ਫਿਰ ਜਿਹੜਾ ਹੈਗਾ ਫਿਰ ਜੂਨਾਂ ਦੇ ਵਿੱਚ ਜਾ ਕੇ ਇਹਨੂੰ ਛੋਟਾ ਕਰਨਾ ਹੈ। ਫਿਰ ਜਿਹੜਾ ਮਨੁੱਖੀ ਸਰੀਰ ਦੇ ਲਾਇਕ ਹੋਏ ਅਤੇ ਫਿਰ ਦੁਬਾਰਾ ਮਨੁੱਖੀ ਜੂਨ ਲੱਭਣੀ ਆਪਾਂ ਨੂੰ। ਬਾਰੀ ਫਿਰ ਕਢਾਉਂਦਾ ਹੈ ਪਰਮਾਤਮਾ। ਇਸ ਤੋਂ ਇਹ ਹੈਗਾ ਗੇਮ। ਇਹ ਹੈਗੀ ਪ੍ਰਕਿਰਤੀ ਦੀ ਕੈਦ, ਇਹ ਹੈਗੀ ਸਰੀਰ ਦੀ ਕੈਦ। ਸਰੀਰ ਦੀ ਕੈਦ ਵੀ ਹੈਗੀ, ਨਾਲੇ ਜਿਹੜਾ ਹੈਗਾ ਇਹ ਸਰੀਰ ਜਿਹੜਾ ਹੈਗਾ ਕੋਈ ਇਹ ਥੋੜ੍ਹੀ ਨਾ ਵੀ ਹੁਣ ਜਿਹੜਾ ਹੈਗਾ ਆਪਾਂ ਜਿਹੜੇ ਹੈਗੇ ਆ, ਹੁਣ ਸਰੀਰ ਜਿਹੜਾ ਮਨੁੱਖੀ ਸਰੀਰ ਛੱਡਿਆ ਅਤੇ ਜੂਨਾਂ 'ਚ ਜਾਣਾ ਹੈ ਅਤੇ ਇਮੀਡੀਏਟਲੀ ਆਪਾਂ ਨੂੰ ਜੂਨ ਮਿਲ ਜਾਏਗੀ ਨਾ। ਇਹ ਆਤਮਾਵਾਂ ਦਾ ਮੰਡਲ ਹੈਗਾ। ਆਤਮਾ ਦੇ ਮੰਡਲ ਦੇ ਵਿੱਚ ਜਿਹੜਾ ਹੈਗਾ ਉੱਥੇ ਜਾਣਾ ਪੈਂਦਾ ਹੈ। ਔਰ ਉੱਥੇ ਜਿਹੜਾ ਇਹ ਨਹੀਂ ਹੈ ਕਿ ਗਧੇ ਅਤੇ ਘੋੜੇ ਸਾਰੇ ਜਿਹੜੇ ਹੈਗੇ ਇੱਕ ਬਰਾਬਰ ਹੀ ਆ, ਇੱਕੋ ਜਗ੍ਹਾ 'ਤੇ ਜਿਹੜੇ ਰਹਿੰਦੇ ਆ। ਉਹ ਵੀ ਲੈਵਲ ਹੈ ਆਪਣੀ ਜਿਹੜੀ ਹੈਗੀ, ਜਿਸ ਤਰ੍ਹਾਂ ਦੀ ਆਪਾਂ ਨੇ ਕਰਮ ਕੀਤੇ ਆ, ਕਰਮਾਂ ਦੇ ਅਨੁਸਾਰ ਜਿਹੜਾ ਹੈਗਾ ਆਤਮਾਵਾਂ ਦਾ ਜਿਹੜਾ ਹੈਗਾ ਉੱਥੇ ਜਿਹੜਾ ਹੈਗੇ ਉਹਨਾਂ ਦੇ ਜ਼ੋਨ ਬਣੇ ਹੋਏ ਆ, ਲੈਵਲ ਬਣੇ ਹੋਏ ਆ। ਉੱਥੇ ਫਿਰ ਜਿਹੜਾ ਹੈਗਾ ਜਦ ਜਿਹੜਾ ਹੈਗਾ ਉਹ ਇੰਚਾਰਜ ਜਿਹੜੀਆਂ ਹੈਗੀਆਂ ਆਪਣੇ ਇੰਚਾਰਜ ਸੋਲ ਹੈਗੀਆਂ ਜਿਹੜੀਆਂ, ਉਹ ਸੈਟਿਸਫਾਈ ਹੁੰਦੀਆਂ ਹੈ ਅਤੇ ਫਿਰ ਜਿਹੜਾ ਹੈਗਾ ਆਪਾਂ ਨੂੰ ਫਿਰ ਦੁਬਾਰਾ ਮਨੁੱਖੀ ਜੂਨ ਲੱਭਦੀ ਹੈ, ਜੂਨਾਂ ਦੇ ਵਿੱਚ ਗਤੀ ਕਰਕੇ। ਔਰ ਜਾਂ ਕੋਈ ਸਰੀਰ ਜਿਹੜਾ ਹੈਗਾ ਭੋਗੀ ਜੂਨ ਜਿਹੜੀ ਹੈਗੀ ਤਾਂ ਮਿਲਦੀ ਹੈ। ਇਸ ਕਰਕੇ ਕਹਿੰਦੇ ਐਸਾ ਸਿਮਰਨ ਕਰ ਮਨ ਮਾਹੇ, ਬਿਨ ਸਿਮਰਨ ਮੁਕਤ ਕਤ ਨਾਹੇ। ਮੁਕਤੀ ਹੈ ਹੀ ਨਹੀਂ ਕਿਤੇ ਵੀ। ਰਹਾਉ ਦੀ ਪੰਕਤੀ ਹੈਗੀ। ਜਿਹ ਸਿਮਰਨ ਹੋਏ ਮੁਕਤ द्वार, ਕਹਿੰਦੇ ਸਿਮਰਨ ਦੇ ਨਾਲ ਹੀ ਮੁਕਤੀ ਦਾ ਦਰਵਾਜ਼ਾ ਲੱਭਣਾ ਹੈ ਤੈਨੂੰ। ਜਾਹੇ ਬੈਕੁੰਠ ਨਹੀਂ ਸੰਸਾਰ,
ਵੈਕੁੰਠ 'ਚ ਜਾਏਗਾ। ਹੁਣ ਵੈਕੁੰਠ ਕੀ ਹੈਗਾ? ਵੈਕੁੰਠ ਜਿਹੜਾ ਹੈਗਾ ਪਰਮਾਤਮਾ ਦਾ ਸਾਥ, ਉਹੀ ਵੈਕੁੰਠ ਹੈ। ਪਰਮਾਤਮਾ ਦਾ ਸਾਥ ਹੀ ਵੈਕੁੰਠ ਹੈਗਾ। ਤੇ ਹੁਣ ਸਿਮਰਨ ਕੀ ਚੀਜ਼ ਹੈਗੀ? ਸਿਮਰਨ ਦਾ ਮਤਲਬ ਜਿਹੜਾ ਡਿਕਸ਼ਨਰੀ ਮੀਨਿੰਗ ਸਿਮਰਨ ਦਾ ਹੁੰਦਾ ਸਮਰਨ। ਸਮਰਨ ਦਾ ਮਤਲਬ ਹੈ ਵੀ ਮੈਨੂੰ ਯਾਦ ਹੈਗਾ। ਸਮਰਨ ਦਾ ਮਤਲਬ ਹੈ ਮੈਨੂੰ ਯਾਦ ਆ। ਔਰ ਇਹਦੇ ਵਾਸਤੇ ਜਿਹੜਾ ਹੈਗਾ ਆਪਾਂ, ਔਰ ਸਮਰਨ ਕਿੱਥੇ ਕਰਨਾ? ਸਮਰਨ ਕਰਨਾ ਆਪਣੀ ਸੁਰਤ ਨੇ। ਔਰ ਇਹਦੇ ਲਈ ਜਿਹੜਾ ਹੈਗਾ ਇੱਕ ਜਿਹੜਾ ਕਬੀਰ ਸਾਹਿਬ ਦਾ, ਇਹਨਾਂ ਦਾ ਹੀ ਦੂਸਰਾ ਸ਼ਬਦ ਆਪਾਂ ਲੈ ਰਹੇ ਹਾਂ, ਉਹਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਸਮਰਨ ਦੇ ਬਾਰੇ ਦੱਸਿਆ ਹੈ। ਫਿਰ ਵਾਪਸ ਇਸੇ ਤੇ ਆਵਾਂਗੇ ਆਪਾਂ। ਉਹ ਹੈਗਾ ਸੁਰਤ ਸਿਮਰਤ ਦੋਏ ਕੰਨੀ ਮੁੰਦਾਂ ਪਰਮਿਤ ਬਾਹਰ ਖਿੰਥਾ। ਗੌੜੀ ਰਾਗ ਦੇ ਵਿੱਚ ਹੈਗਾ 333 ਤੇ 335 ਅੰਗ ਦੇ ਉੱਤੇ, 334 335। ਗੌੜੀ ਸੁਰਤ ਸਿਮਰਤ ਦੋਏ ਕੰਨੀ ਮੁੰਦਾਂ ਪਰਮਿਤ ਬਾਹਰ ਖਿੰਥਾ। ਜੋਗੀ ਲੋਕ ਜਿਵੇਂ ਮੁੰਦਰਾਂ ਪਾਉਂਦੇ ਕੰਨਾਂ ਦੇ ਵਿੱਚ, ਤੇ ਕਬੀਰ ਜੀ ਕਹਿੰਦੇ ਭਾਈ ਪਰਮਾਤਮਾ ਦੇ ਨਾਲ ਜਿਹੜਾ ਹੈਗਾ ਜੋ ਕਰਨਾ ਹੈ, ਮਾਲਕ ਪਰਮਾਤਮਾ ਦਾ ਸਾਥ ਮੰਨਣਾ ਹੈ, ਤੇ ਕਹਿੰਦੇ ਭਾਈ ਤੈਨੂੰ ਆਹ ਮੁੰਦਰਾਂ ਪਾਉਣੀਆਂ ਪੈਣੀਆਂ, ਜੋਗੀ ਬਣਨਾ ਪੈਣਾ। ਇੱਕ ਸੁਰਤ ਤੇ ਸਿਮਰਤ, ਦੋ ਮੁੰਦਰਾਂ ਪਾਉਣੀਆਂ ਪੈਣੀਆਂ। ਤੇਰੀ ਸੁਰਤ ਸਮਰਨ, ਸਿਮਰਤ ਦਾ ਮਤਲਬ ਹੈ ਸਮਰਨ। ਇਹ ਸਿਮਰਤੀ ਦਾ ਮਤਲਬ ਇਹ ਨਹੀਂ ਹੈਗਾ ਵੀ ਜਿਹੜੀਆਂ ਹੈਗੇ ਇਹ ਜਿਹੜੇ ਹੈਗੇ ਵੇਦ ਸ਼ਾਸਤਰ ਸਿਮਰਤੀਆਂ 18 ਸਿਮਰਤੀਆਂ, ਉਹ ਨਹੀਂ। ਸਿਮਰਤ ਦਾ ਮਤਲਬ ਆ ਸਮਰਨ। ਸੁਰਤ ਸਿਮਰਤ ਦੋਏ ਕੰਨੀ ਮੁੰਦਾਂ ਪਰਮਿਤ ਬਾਹਰ ਖਿੰਥਾ। ਔਰ ਉਹ ਪਰਮਾਤਮਾ ਜਿਹੜਾ ਹੈਗਾ ਉਹ ਮਿਤੀ ਤੋਂ ਬਾਹਰ ਹੈਗਾ। ਉਹ ਜਿਹੜਾ ਹੈਗਾ ਉਹਦੀ ਖਿੰਥਾ ਰੱਖਣੀ ਪੈਣੀ ਆ, ਉਹਦੀ ਗੋਦੜੀ ਰੱਖਣੀ ਪੈਣੀ ਹੈ। ਸੁਰਤ ਸਿਮਰਤ ਦੋਏ ਕੰਨੀ ਮੁੰਦਾਂ ਪਰਮਿਤ ਬਾਹਰ ਖਿੰਥਾ। ਸੁਰਤ ਦੇ ਨਾਲ ਸਮਰਨ ਕਰਨਾ ਹੈ ਮਾਲਕ ਪਰਮਾਤਮਾ। ਸਮਰਨ ਕੀ ਕਰਨਾ ਹੈ? ਸਮਰਨ ਕਰਨਾ ਹੈ ਮਾਲਕ ਪਰਮਾਤਮਾ ਆਪਣੇ ਨਾਲ ਅੰਗ ਸੰਗ ਹੈਗਾ, ਹਰ ਜਗ੍ਹਾ ਤੇ ਹੈਗਾ, ਅੰਦਰ ਵੀ ਬਾਹਰ ਵੀ, ਹਰ ਜਗ੍ਹਾ ਤੇ ਮਾਲਕ ਪਰਮਾਤਮਾ ਹੈਗਾ। ਆਪਾਂ ਸੋਚਦੇ ਹਾਂ ਆਪਾਂ ਇਕੱਲੇ ਹੈਗੇ ਹਾਂ, ਹਮੇਸ਼ਾ ਆਪਾਂ ਸੋਚਦੇ ਹਾਂ ਆਪਾਂ ਇਕੱਲੇ ਹੈਗੇ, ਤੇ ਆਪਾਂ ਫਿਰ ਇਕੱਲੇ ਹੋ ਕੇ ਜਿਹੜੇ ਹੈਗੇ ਐਸੇ ਕਰਮ ਕਰਦੇ ਹਾਂ ਜਿਹੜੇ ਕਿ ਨਹੀਂ ਕਰਨੇ ਚਾਹੀਦੇ, ਕਿਉਂਕਿ ਆਪਾਂ ਨੂੰ ਡਰ ਨਹੀਂ ਹੈਗਾ। ਆਪਾਂ ਨੂੰ ਨਹੀਂ ਪਤਾ ਵੀ ਆਪਾਂ ਨੂੰ ਕੋਈ ਦੇਖ ਰਿਹਾ ਹੈ। ਔਰ ਆਪਣੀ ਆਤਮਾ ਜਿਹੜੀ ਹੈਗੀ ਪੂਰੀ ਦੀ ਪੂਰੀ ਵਿਟਨੈਸ ਹੈ। ਆਤਮਾ ਪਰਮਾਤਮਾ ਹੈਗੀ, ਪਰਮਾਤਮਾ ਦਾ ਅੰਸ਼ ਹੈਗੀ ਆਤਮਾ। ਆਤਮਾ ਜਿਹੜੀ ਹੈਗੀ ਆ ਉਸ ਮਾਲਕ ਇਹ ਸਾਰਾ ਸੰਸਾਰ ਜਿਹੜਾ ਬਣਿਆ ਹੋਇਆ ਹੈ ਆਤਮਾ ਦਾ ਬਣਿਆ ਹੋਇਆ ਸੰਸਾਰ। ਸਾਰੇ ਜੀਵਾਂ ਦੇ ਵਿੱਚ ਆਤਮਾ ਹੈਗੀ, ਔਰ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਪਰਮਾਤਮਾ ਹੈਗਾ। ਉਹਦੇ ਵਿੱਚੋਂ ਸਾਰੀਆਂ ਆਤਮਾਵਾਂ ਆਈਆਂ ਹੈ। ਉਹਨੂੰ ਯਾਦ ਰੱਖਣਾ ਜਿਹੜਾ ਹੈਗਾ, ਆਹ ਹੈਗਾ ਸਿਮਰਨ, ਆਹ ਹੈਗਾ ਸਮਰਨ। ਸੁਰਤ ਸਿਮਰਤ ਦੋਏ ਕੰਨੀ ਮੁੰਦਾਂ, ਬਸ ਦੋਨਾਂ ਦਾ ਕੰਮ ਹੈ। ਇੱਕ ਸੁਰਤ ਕੀ ਚੀਜ਼ ਹੈ? ਸੁਰਤ ਹੈਗੀ ਆਪਣੇ ਮਨ ਜਿਹੜਾ ਹੈਗਾ, ਇਹ ਮਨ ਨੂੰ ਜਿਹੜਾ ਹੈਗਾ ਮਨ ਤੁਰਦਾ ਹੈ ਸੁਰਤ ਦੇ ਨਾਲ। ਮਨ ਜਿਹੜਾ ਹੈਗਾ ਅੱਖਾਂ ਦਿਖਾਉਂਦੀਆਂ ਆ ਤੇ ਸੁਰਤ ਆਪਣੀ ਜਾਂਦੀ ਆ ਉੱਥੇ। ਅੱਖਾਂ ਤਾਂ ਦੇਖੋ ਕੰਨ ਦੇ ਉੱਤੇ ਸਾਰੇ ਬਥੇਰੀਆਂ ਚੀਜ਼ਾਂ ਹੈ ਦੁਨੀਆ ਦੇ ਵਿੱਚ, ਕਿਸੇ ਜਗ੍ਹਾ ਤੇ ਆਪਣੀ ਅੱਖਾਂ ਥੋੜ੍ਹੀ ਨਾ ਟਿਕਦੀਆਂ ਹੈ। ਜਿੱਥੇ ਜਾ ਕੇ ਆਪਣੀ ਸੁਰਤ ਟਿਕ ਗਈ ਉਸ ਜਗ੍ਹਾ ਤੇ ਉਹ ਚੀਜ਼ ਆਪਣੇ ਅੰਦਰ ਆ ਜਾਣੀ, ਉਹਦੇ ਨਾਲ ਆਪਣੀ ਇੰਟਰੈਕਸ਼ਨ ਹੋ ਜਾਣੀ। ਤੇ ਇਹ ਕਹਿੰਦੇ ਆ ਸੁਰਤ ਦੇ ਵਿੱਚ ਸਿਮਰਨ ਹੋਣਾ ਚਾਹੀਦਾ। ਪਰਮਾਤਮਾ ਤੈਨੂੰ ਪਰਮਾਤਮਾ ਇੱਕਦਮ ਤੇਰੇ ਪਰਮਾਤਮਾ ਦੀ ਹਾਜ਼ਰੀ ਤੇਰੇ ਅੰਦਰ ਹੋਣੀ ਚਾਹੀਦੀ ਹੈ ਵੀ ਮਾਲਕ ਹਾਜ਼ਰ ਹੈ ਮੇਰੇ ਨਾਲ।
ਸੁਰਤ ਸਿਮਰਤ ਦੋਏ ਕੰਨੀ ਮੁੰਦਾ ਪਰਮਿਤ ਬਾਹਰ ਖਿੰਥਾ। ਔਰ ਖਿੰਥਾ ਗੋਦੜੀ ਹੈ ਵੀ ਉਹ ਪਰਮਿਤੀ ਤੋਂ ਬਾਹਰ ਹੈਗਾ ਉਹ ਮਾਲਕ ਪਰਮਾਤਮਾ। ਆ ਹਮੇਸ਼ਾ ਗੋਦੜੀ ਲੈ ਕੇ ਰੱਖਣੀ। ਸੁੰਨ ਗੁਫਾ ਮੈਂ ਆਸਣ ਬੈਸਣ ਕਲਪ ਵਿਵਰਜਿਤ ਪੰਥਾ। ਔਰ ਤੇਰਾ ਆਸਣ ਕਿੱਥੇ ਹੋਣਾ ਚਾਹੀਦਾ, ਬੈਠਕ ਕਿੱਥੇ ਹੋਣੀ ਚਾਹੀਦੀ ਹੈ ਤੇਰੀ? ਕਹਿੰਦੇ ਸੁੰਨ ਗੁਫਾ ਦੇ ਵਿੱਚ। ਸੁੰਨ ਗੁਫਾ ਕੀ ਹੁੰਦੀ ਹੈ? ਗੁਫਾ ਕੀ ਹੁੰਦੀ ਹੈ? ਗੁਫਾ ਜਿਹੜੀ ਹੁੰਦੀ ਹੈ ਜਿੱਥੇ ਕੋਈ ਦੇਖ ਨਾ ਸਕੇ ਆਪਾਂ ਨੂੰ। ਕਹਿੰਦੇ ਸੁੰਨ ਗੁਫਾ ਦੇ ਵਿੱਚ ਬੈਠਕ ਆਸਣ ਹੋਣਾ ਤੇਰਾ। ਤੇ ਦੇਖਣਾ ਕਿਹਨੇ ਆਪਾਂ ਨੂੰ? ਵਿਚਾਰਾਂ ਨੇ, ਮਾਇਆ ਨੇ। ਸੁੰਨ ਗੁਫਾ ਮੇ ਆਸਣ ਬੈਸਣ। ਜੇ ਵਿਚਾਰ ਆ ਗਏ ਤੇ ਆਪਾਂ ਨੂੰ ਆਪਣੀ ਨਈ ਗੁਫਾ ਦੇ ਵਿੱਚ ਪਾਈ, ਸੁੰਨ ਦੇ ਵਿੱਚ ਨਹੀਂ ਹੈਗੇ। ਐਟਲੀਸਟ 2 ਟਾਈਮ ਜਿਹੜਾ ਹੈਗਾ ਸਵੇਰੇ ਸ਼ਾਮ ਜਿਹੜਾ ਹੈਗਾ ਆਪਾਂ ਨੇ ਇਹ ਸੁੰਨ ਗੁਫਾ ਦੇ ਵਿੱਚ ਬੈਠਣਾ। ਇਹਨੂੰ ਕਹਿੰਦੇ ਧਿਆਨ ਸਿਮਰਨ। ਸੁੰਨ ਗੁਫਾ ਮੇ ਆਸਣ ਬੈਸਣ ਕਲਪ ਵਿਵਰਜਿਤ ਪੰਥਾ। ਕਹਿੰਦੇ ਵਿਚਾਰ ਵਿਵਰਜਿਤ ਆ, ਬਿਲਕੁਲ ਅਲਾਉਡ ਨਹੀਂ ਹੈਗੇ ਇਸ ਰਸਤੇ ਤੇ, ਇਸ ਗੁਫਾ ਦੇ ਵਿੱਚ। ਕਲਪ ਵਿਵਰਜਿਤ ਪੰਥਾ। ਮੇਰੇ ਰਾਜਨ ਮੈਂ ਬੈਰਾਗੀ ਜੋਗੀ ਮਰਤ ਨਾ ਸੋਗ ਵਿਯੋਗੀ ਰਹਾਓ। ਕਹਿੰਦੇ ਮੇਰੇ ਰਾਜਨ, ਹੇ ਮੇਰੇ ਮਾਲਕਾ, ਮੈਂ ਜਿਹੜਾ ਹੈਗਾ ਜੋਗੀ ਹੈਗਾ, ਬੈਰਾਗੀ ਹੈਗਾ। ਬੈਰਾਗੀ ਕੀ ਹੁੰਦਾ? ਪਿਆਰ। ਮਾਇਆ ਤੋਂ ਉਪਰਾਮਤਾ, ਪਰਮਾਤਮਾ ਦੇ ਨਾਲ ਪਿਆਰ, ਪ੍ਰੇਮ। ਇਸ ਤਰ੍ਹਾਂ ਪ੍ਰੇਮ ਪੈਦਾ ਹੋਣਾ ਹੈ। ਮੇਰੇ ਰਾਜਨ ਮੈਂ ਬੈਰਾਗੀ ਜੋਗੀ ਮਰਤ ਨਾ ਸੋਗ ਵਿਯੋਗੀ। ਕਹਿੰਦੇ ਹੁਣ ਮੈਂ ਸੋਗ ਵਿਯੋਗ ਦੇ ਵਿੱਚ ਜਿਹੜਾ ਹੈਗਾ ਆਤਮਿਕ ਮੌਤ ਨਹੀਂ ਮਰੂੰਗਾ, ਮਾਇਆ ਦੇ ਨਾਲ। ਰਹਾਓ। ਖੰਡ ਬ੍ਰਹਮੰਡ ਮੈਂ ਸਿੰਘੀ ਮੇਰਾ ਬਟੂਆ ਸਭ ਜਗ ਭਸਮਾ ਧਾਰੀ। ਜੋਗੀ ਸਿੰਘੀ ਵਜਾਉਂਦੇ, ਸਿੰਘ ਵਜਾਉਂਦੇ ਸੀਗੇ ਜੋਗੀ। ਤੇ ਅਭਿਆਸੀ ਜਿਹੜੇ ਹੁੰਦੇ ਉਹਨਾਂ ਦੇ ਅੰਦਰ ਜਿਹੜੀ ਹੈਗੀ ਖੰਡਾਂ ਬ੍ਰਹਮੰਡਾਂ 'ਚ ਜਿਹੜਾ ਹੈਗਾ ਉਹ ਅਨਹਦ ਸ਼ਬਦ ਜਿਹੜੇ ਹੈਗੇ, ਅਨਹਦ ਬਗੈਰ ਆਦ ਦੇ ਜਿਹੜੇ ਸ਼ਬਦ ਹੈਗੇ ਉਹ ਉਹਨਾਂ ਦੇ ਅੰਦਰ ਵੱਜਦੇ ਆ। ਉਹ ਨਾਦ ਕਹਿੰਦੇ ਜਿਹੜਾ ਖੰਡਾਂ ਬ੍ਰਹਮੰਡਾਂ 'ਚ ਵੱਜ ਰਿਹਾ, ਜਿਹੜਾ ਮਾਲਕ ਪਰਮਾਤਮਾ ਜਿਹੜਾ ਹੈਗਾ ਉਸ ਮਾਲਕ ਪਰਮਾਤਮਾ ਤੋਂ ਆ ਰਹੀ ਆਵਾਜ਼। ਕਹਿੰਦੇ ਉਹ ਮੇਰੀ ਸਿੰਘੀ ਆ। ਮੇਰਾ ਬਟੂਆ ਸਭ ਜਗ ਭਸਮਾ ਧਾਰੀ। ਭਸਮ ਰੱਖਦੇ, ਸਵਾਹ ਰੱਖਦੇ ਸੀ, ਮਸ਼ਾਨ ਦੀ ਸਵਾਹ ਜੋਗੀ ਲੋਕ। ਕਹਿੰਦੇ ਮੇਰਾ ਬਟੂਆ ਕੀ ਹੈਗਾ? ਕਹਿੰਦੇ ਸਾਰਾ ਸੰਸਾਰ ਹੀ ਭਸਮ ਆ ਪਾਏ। ਇਹ ਮਾਇਆ ਹੈ, ਛਲ ਆ, ਕਪਟ ਆ, ਧੋਖਾ ਹੈ, ਟਰੈਪ ਹੈਗੀ। ਤਾੜੀ ਲਾਗੀ ਤ੍ਰਿਪਲ ਪਲਟੀ ਹੈ, ਛੂਟੇ ਹੋਏ ਪਸਾਰੀ। ਕਹਿੰਦੇ ਮੇਰੀ ਜਿਹੜੀ ਹੈਗੀ ਇੱਕ ਤਾਂ ਹੁੰਦੀ ਸਮਾਧੀ, ਇਸ ਤੋਂ ਉੱਪਰ ਹੁੰਦੀ ਤਾੜੀ। ਤਾੜੀ ਲੱਗ ਗਈ। ਕਹਿੰਦੇ ਤਾੜੀ ਲੱਗ ਗਈ, ਤ੍ਰਿਪਲ ਪਲਟੀ ਹੈ। ਤ੍ਰਿਪਲ ਕਹਿੰਦੇ ਆ 3 ਪੱਲੇ ਵਾਲਾ ਇਹ ਮਾਇਆ ਜਿਹੜੀ ਹੈਗੀ, ਤਮੋ ਰਜੋ ਸਤੋ। ਕਹਿੰਦੇ ਸਾਰੀ ਦੀ ਸਾਰੀ ਇਹਦੇ ਮਾਇਆ ਪਲਟ ਗਈ, ਵਿਚਾਰ ਬੰਦ ਹੋ ਗਏ। ਤਾੜੀ ਲੱਗ ਗਈ, ਤ੍ਰਿਪਲ ਪਲਟੀ ਹੈ। ਤ੍ਰਿਪਲ ਜਿਹੜੀ ਹੈਗੀ ਇਹ ਪ੍ਰਕਿਰਤੀ ਜਿਹੜੀ ਹੈਗੀ ਤ੍ਰਿਪਲ ਹੈਗੀ ਆ। ਔਰ ਇਸ ਤੋਂ ਉੱਪਰ ਜਿਹੜਾ ਹੈਗਾ ਚੌਥਾ ਪਦ ਹੈਗਾ। ਤਾੜੀ ਲਾਗੀ ਤ੍ਰਿਪਲ ਪਲਟੀ ਹੈ, ਛੂਟੇ ਹੋਏ ਪਸਾਰੀ। ਕਹਿੰਦੇ ਮੈਂ ਤਾਂ ਪਸਾਰੀ ਹੈਗਾ, ਮੇਰੇ ਤਾਂ ਬੱਚੇ ਵੀ ਹੈਗੇ, ਮੇਰੇ ਤਾਂ ਘਰ ਵਾਲੀ, ਬੱਚੇ, ਸਾਰਾ ਮਾਂ ਪਿਓ ਸਾਰੇ, ਮੇਰੇ ਸਾਰਾ ਕੁਛ ਹੈਗਾ। ਮੇਰਾ ਬਿਜ਼ਨਸ, ਮੇਰਾ ਜਿਹੜਾ ਹੈਗਾ ਨੌਕਰੀ, ਮੇਰੇ ਸਾਰੀਆਂ ਚੀਜ਼ਾਂ ਹੈ। ਮੈਂ ਤਾਂ ਪਸਾਰਾ ਹੈ, ਪੂਰਾ ਪਸਾਰਾ ਹੈ ਮੇਰਾ। ਮੈਂ ਤਾਂ ਗ੍ਰਸਤੀ ਹੈਗਾ ਆ। ਛੂਟੇ ਹੋਏ ਪਸਾਰੀ। ਕਹਿੰਦੇ ਗ੍ਰਸਤੀ ਹੋ ਕੇ ਵੀ ਛੁੱਟ ਗਿਆ। ਮਨ ਪਵਨ ਦੋਏ ਤੁੰਬਾ ਕਰੀ ਹੈ, जुग जुग सारद साजी। मन और पवन, मन और पवन, ਇਹ ਜਿਹੜਾ ਮਨ ਜਿੱਥੇ ਵਿਚਾਰ ਚੱਲਦੇ ਸੀ, ਪਵਨ ਕਹਿੰਦੇ ਆ ਸਵਾਸ, ਆਪਣੇ ਕੋਲ ਸਵਾਸ ਹੀ ਹੈਗੇ ਆ। ਮਨ ਪਵਨ ਦੋਏ ਤੁੰਬਾ ਕਰੀ ਹੈ। ਤੁੰਬਾ, ਤੁੰਬਾ ਕੀ ਹੁੰਦਾ ਹੈ? ਉਹ ਜਿਹੜੀ ਕਿੰਗਰੀ ਵਜਾਉਣੀ ਆ, ਅਨਹਦ ਕਿੰਗਰੀ ਵਜਾਉਣੀ ਆ। ਕਹਿੰਦੇ ਜਿਹੜੇ ਹੈਗੇ ਅਨਹਦ ਕਿੰਗਰੀ ਵੱਜਣੀ ਆ ਭਾਈ। ਖੰਡ ਬ੍ਰਹਮੰਡ ਮੈਂ ਸਿੰਘੀ, ਉਹ ਵੱਜਣੀ ਕਿਵੇਂ ਆ?
ਮਨ ਪਵਨ ਦੋਇ ਤੁੰਬਾ ਕਰੀ ਹੈ ਜੁਗ ਜੁਗ ਸਾਰਦ ਸਾਜੀ। ਕਹਿੰਦੇ ਮਨ ਔਰ ਪਵਨ ਨੂੰ ਮੈਂ ਜਿਹੜਾ ਹੈਗਾ ਉਹਦੀਆਂ ਤਾਰਾਂ ਬਣਾ ਲਈਆਂ ਤੂੰਬੀ ਦੀਆਂ, ਔਰ ਜੁਗ ਜੁਗ ਸਾਰਦ ਸਾਜੀ, ਜੁਗਾਂ ਜੁਗਾਂ ਦੀ ਹਮੇਸ਼ਾ ਵਾਸਤੇ ਆ ਮੇਰੀ ਸਾਰਦਾ ਬਣ ਗਈ, ਇਹ ਵੀਣਾ ਬਣ ਗਈ ਮੇਰੀ। ਥਿਰ ਭਈ ਤੰਤੀ ਟੂਟਸ ਨਾਹੀ ਅਨਹਦ ਕਿੰਗਰੀ ਬਾਜੀ। ਕਹਿੰਦੇ ਐਸੀ ਤੰਤੀ ਜਿਹੜੀ ਹੈਗੀ, ਐਸਾ ਮੇਰਾ ਜਿਹੜਾ ਹੈਗਾ ਮਨ ਸਥਿਰ ਹੋ ਗਿਆ, ਹੁਣ ਨਹੀਂ ਟੁੱਟਦੀ। ਕਹਿੰਦੇ ਔਰ ਅਨਹਦ ਕਿੰਗਰੀ ਆਟੋਮੈਟਿਕਲੀ ਵੱਜੀ ਜਾ ਰਹੀ ਹੈ। ਜਾਗਦੇ ਸੌਂਦੇ ਬੈਠੇ ਖਾਂਦੇ ਪੀਂਦੇ ਕਹਿੰਦੇ ਉਹ ਅਨਹਦ ਸ਼ਬਦ ਚੱਲੀ ਜਾ ਰਹੇ। ਸੁਨ ਮਨ ਮਗਨ ਪਾਏ ਹੈ ਪੂਰੇ ਮਾਇਆ ਡੋਲ ਨਾ ਲਾਗੀ। ਕਹਿੰਦੀ ਐਸੀ ਕਿੰਗਰੀ, ਇਹਨੂੰ ਸੁਣ ਕੇ ਮੇਰਾ ਮਨ ਆਟੋਮੈਟਿਕਲੀ ਮਗਨ ਹੋ ਗਿਆ, ਆਟੋਮੈਟਿਕਲੀ ਉਹ ਪਰਮਾਤਮਾ ਦੇ ਵਿੱਚ ਸਮਾ ਗਿਆ। ਕਿੰਗਰੀ ਪਰਮਾਤਮਾ ਤੋਂ ਵੱਜ ਰਹੀ, ਪਰਮਾਤਮਾ ਦੇ ਮੁਖ ਦੀ ਆਵਾਜ਼ ਆ। ਸੁਨ ਮਨ ਮਗਨ ਪਏ ਹੈ ਪੂਰੇ, ਉਹ ਪੂਰੇ ਦੇ ਵਿੱਚ ਮੇਰਾ ਮਨ ਮਗਨ ਹੋ ਗਿਆ। ਚੌਥੇ ਪਦ ਦੇ ਵਿੱਚ ਤ੍ਰਿਗੁਣੀ ਮਾਇਆ ਤੋਂ ਉੱਪਰ ਮਾਇਆ ਡੋਲ ਨਾ ਲੱਗੀ। ਮਾਇਆ ਡਲਾਉਂਦੀ ਆ, ਮਾਇਆ ਨੇ ਤਾਂ ਗੋਤੇ ਖਵਾਉਣੇ ਆਪਾਂ ਨੂੰ ਜੂਨਾਂ ਦੇ ਵਿੱਚ। ਕਹਿੰਦੇ ਨਹੀਂ ਭਾਈ, ਮਾਇਆ ਦੀ ਡੋਲ ਨਹੀਂ ਲੱਗਦੀ ਹੁਣ। ਮਾਇਆ ਨਹੀਂ ਹੁਣ, ਮਾਇਆ ਭਾਵੇਂ ਜਿੰਨਾ ਮਰਜੀ ਧੱਕਾ ਮਾਰਦੇ ਹੁਣ, ਜੋ ਮਰਜੀ ਕਰਦੇ, ਹੁਣ ਨਹੀਂ ਇਹ ਮੈਨੂੰ ਹਿਲਾ ਸਕਦੀ, ਹੁਣ ਨਹੀਂ ਮੈਨੂੰ ਲੱਭ ਸਕਦੀ, ਹੁਣ ਨਹੀਂ ਮੈਨੂੰ ਜਿਹੜੀ ਹੈ ਮਾਇਆ ਜਿਹੜੀ ਹੈਗੀ ਆ ਉਹ ਸੁੰਨ ਗੁਫਾ ਦੇ ਵਿੱਚ ਮੈਨੂੰ ਨਹੀਂ ਆ ਸਕਦੀ ਮੇਰੇ ਕੋਲ। ਸੁਨ ਮਨ ਮਗਨ ਪਏ ਹੈ ਪੂਰੇ ਮਾਇਆ ਡੋਲ ਨਾ ਲਾਗੀ। ਕਹੋ ਕਬੀਰ ਤਾਂਕੋ ਪੁਨਰਪ ਜਨਮ ਨਹੀਂ ਖੇਲ ਗਇਓ ਬੈਰਾਗੀ। ਕਹਿੰਦੇ ਕਬੀਰ ਜੀ ਕਹਿੰਦੇ ਇਹ ਜਿਹਾ ਜੋਗੀ, ਇਹ ਜਿਹਾ ਬੈਰਾਗੀ, ਇਹ ਜਿਹਾ ਅਭਿਆਸੀ, ਇਹ ਜਿਹਾ ਸਾਧਕ, ਇਹ ਜਿਹਾ ਸਾਧੂ ਜਿਹੜਾ ਆਹ ਕੰਮ ਕਰ ਗਿਆ, ਇਸ ਤਰ੍ਹਾਂ ਗੇਮ ਖੇਡ ਕੇ ਗਿਆ, ਆਹ ਪਾਸਾ ਸੁੱਟ ਕੇ ਗਿਆ, ਇਸ ਤਰ੍ਹਾਂ ਸੰਸਾਰ ਦੇ ਵਿੱਚ ਵਿਚਰ ਕੇ ਗਿਆ ਆ। ਕਹਿੰਦੇ ਉਹ ਜਨਮ ਮਰਨ ਦੇ ਗੇੜੇ 'ਚ ਨਹੀਂ ਆਏਗਾ ਦੁਬਾਰਾ ਪਾਏ, ਆਊਟ, ਪ੍ਰਕਿਰਤੀ 'ਚੋਂ ਬਾਹਰ ਹੋ ਗਿਆ। ਉਹ ਤਾਂ ਯੋਧਾ ਹੈਗਾ, ਸੂਰਬੀਰ। ਹਾਂਜੀ ਸੁਖਵਿੰਦਰ ਜੀ। ਨਿੱਜਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਦਾ ਜਿਹੜਾ ਗਿਆਨ ਹੈ ਉਹ ਸਾਰਾ ਸਿਮਰਨ ਦੇ ਆਲੇ ਦੁਆਲੇ ਘੁੰਮ ਰਿਹਾ ਸੰਗਤ ਜੀ। ਬਿਲਕੁਲ। ਉਹ ਸਿਮਰਨ, ਹਾਂਜੀ ਹਾਂਜੀ, ਉਹ ਸਿਮਰਨ ਕਬੀਰ ਸਾਹਿਬ ਦਾ ਜੋ ਸ਼ਬਦ ਹੈ ਉਹ ਕਹਿ ਰਿਹਾ ਕਿ ਜੈ ਸਿਮਰਨ ਹੋਏ ਮੁਕਤ ਦੁਆਰ। ਐਸਾ ਸਿਮਰਨ ਕਰਨਾ ਹੈ ਕਿ ਜਿਹਦੇ ਨਾਲ ਅਸੀਂ ਮੁਕਤੀ ਦਾ ਦੁਆਰਾ ਲੱਭ ਜਾਂਦਾ, ਜਿਹਦਾ ਮੁਕਤੀ ਦਾ ਦੁਆਰਾ, ਜਿਹੜਾ ਦੁਆਰ ਹੈ, ਜਿਹੜਾ ਦਸਮ ਦੁਆਰ ਕਹਿ ਲਓ ਜਾਂ ਮੁਕਤ ਦਾ ਦੁਆਰ, ਦਰਵਾਜ਼ਾ ਜਿਹਦੇ ਰਾਹੀਂ ਐਂਟਰ ਹੋਣਾ ਹੈ, ਉਹ ਤੁਹਾਨੂੰ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ। ਤੇ ਉਹ ਐਸਾ ਸਿਮਰਨ ਦੀ ਤਾਕਤ ਹੈ। ਤੇ ਫਿਰ ਉਸ ਤੋਂ ਬਾਅਦ ਉਹ ਸਿਮਰਨ ਦਾ ਰਿਜ਼ਲਟ ਕੀ ਹੋਏਗਾ ਕਿ ਜਾਹੇ ਬਿਕੁੰਠ ਨਹੀਂ ਸੰਸਾਰ, ਉਹ ਫਿਰ ਸੰਸਾਰ ਦੇ ਵਿੱਚ ਨਹੀਂ, ਸੰਸਾਰ ਸਮੁੰਦਰ 'ਚ ਨਹੀਂ, ਉਹ ਪ੍ਰਭੂ ਦੇ ਚਰਨਾਂ ਦੇ ਵਿੱਚ ਜਾ ਪਹੁੰਚੇਗਾ। ਇਹਦਾ ਇਹ ਐਂਡ ਰਿਜ਼ਲਟ ਦੱਸਿਆ, ਸਟਾਰਟਿੰਗ ਸਿਮਰਨ ਤੋਂ ਤੇ ਐਂਡ ਰਿਜ਼ਲਟ ਬੈਕੁੰਠ, ਜਿੱਥੇ ਸੰਸਾਰ ਨਹੀਂ ਹੈ, ਦੁਨੀਆ ਮਤਲਬ ਜਿਹੜਾ ਉਹ ਸੰਸਾਰ ਮਤਲਬ ਪਰਮਾਤਮਾ ਦਾ ਜਿੱਥੇ ਸਾਰਾ ਮੰਡਲ ਹੈ, ਉਹ ਉੱਥੇ ਉਸਦੇ ਅੰਦਰ ਪ੍ਰਵੇਸ਼ ਹੋਣਾ ਅਖੀਰੀ ਅਵਸਥਾ ਦੇ ਵਿੱਚ। ਸਿਮਰਨ ਜਿਹੜਾ ਸਿਮਰਨ ਹੈ, ਸਿਮਰਨ ਨੇ ਕਰਨਾ ਕੀ ਹੈ? ਸਿਮਰਨ ਨੇ ਤੁਹਾਡੇ ਅੰਦਰ ਖਿੱਚ ਪੈਦਾ ਕਰਨੀ ਹੈ। ਸਭ ਤੋਂ ਪਹਿਲਾਂ ਜਿਹੜੀ ਖਿੱਚ ਐਸੀ ਪੈਦਾ ਕਰਨੀ ਹੈ ਮਾਲਕ ਨੇ ਕਿ ਤੁਹਾਡਾ ਉਹਦੇ ਨਾਲ ਪ੍ਰੇਮ ਬਣ ਜਾਣਾ। ਉਹ ਪ੍ਰੇਮ ਦੀ ਜਿਹੜੀ ਐਸੀ ਖਿੱਚ ਹੈ ਕਿ ਉਹ ਤੁਹਾਨੂੰ ਬਾਰ-ਬਾਰ ਤੁਸੀਂ ਬੈਠੋਗੇ, ਤੁਸੀਂ ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੇ ਚਿਤਾਰੇ। ਉਹ ਜਿਹੜਾ ਸਿਮਰਨ ਦਾ ਹੀ ਰਿਜ਼ਲਟ ਹੈ ਕਿ ਜਿਹਦੇ ਨਾਲ ਤੁਹਾਨੂੰ ਸਾਰੀਆਂ ਅੱਗੇ ਦੀਆਂ ਯਾਤਰਾ ਜਿਹੜੀਆਂ ਹੋਣੀਆਂ, ਉਹ ਸਿਮਰਨ ਲਗਾਤਾਰਤਾ ਦੇ ਵਿੱਚ ਹੋਣਾ ਹੈ। ਨਿੱਜਰ ਸਾਹਿਬ ਜਿੱਦਾਂ ਦੱਸ ਰਹੇ, ਕਬੀਰ ਸਾਹਿਬ ਜਿੱਦਾਂ ਦੱਸ ਰਹੇ ਹੈ, ਜਾਂ ਵੀਰ ਜੀ ਜਿੱਦਾਂ ਦੱਸ ਰਹੇ ਹੈ, ਉਹ ਤਿੰਨੇ ਜਿਹੜੀਆਂ ਤੁਹਾਡੀਆਂ ਜਿੱਦਾਂ ਤੁਸੀਂ ਬੈਠੋਗੇ ਨਿਰਵਿਚਾਰ ਅਵਸਥਾ ਦੇ ਵਿੱਚ, ਉਹ ਸਿਮਰਨ, ਉਸ ਤੋਂ ਬਾਅਦ ਸਿਮਰਨ ਚੱਲਣਾ ਸ਼ੁਰੂ ਹੋਏਗਾ। ਸਿਮਰਨ ਚੱਲਦੇ ਪ੍ਰੇਮ ਖਿੱਚ ਪੈਦਾ ਹੋ ਜਾਏਗੀ। ਉਹ ਤੁਹਾਨੂੰ ਫਿਜ਼ੀਕਲ ਫਾਰਮ 'ਚ ਵੀ ਤੁਹਾਨੂੰ ਮਹਿਸੂਸ ਹੋਣਗੇ, ਉਹਨੂੰ ਅਨੁਭਵ ਪ੍ਰਕਾਸ਼, ਕਿਉਂਕਿ ਉਹ ਪ੍ਰਕਾਸ਼ ਸਟਾਰਟਿੰਗ ਏਦਾਂ ਨਹੀਂ ਹੈ ਕੋਈ ਵੀ ਜਿਹੜਾ ਤੁਹਾਨੂੰ ਪ੍ਰਕਾਸ਼ ਕੋਈ ਮਤਲਬ ਬਹੁਤ ਸਾਰੇ ਸੂਰਜ ਜਾਂ ਕੁਛ ਏਦਾਂ ਦਾ ਦਿਸੇ, ਉਹ ਅਨੁਭਵ ਹੋਏਗਾ ਤੁਹਾਨੂੰ ਅੰਦਰੋਂ। ਜਿਸ ਤਰ੍ਹਾਂ ਮੂਵਮੈਂਟ ਹੁੰਦੀ ਹੈ ਨਾ, ਜਿੱਦਾਂ ਗੁਰਕੀ 'ਚ ਦੱਸਦੇ ਆ, ਉਹ ਇਸ ਤਰ੍ਹਾਂ ਹੀ ਤੁਹਾਨੂੰ ਤਿੰਨੇ ਜਿਹੜੀਆਂ ਸੰਗਮ ਹੋਣਾ ਜਿੱਥੇ ਦਸਮ ਦੁਆਰ ਦੇ ਵਿੱਚ ਜਾ ਕੇ,
ਉੱਥੋਂ ਦੀ ਖਿੱਚ ਹੈ, ਉਹ ਜਿਹੜਾ ਉਸ ਦਾ ਆਨੰਦ ਇੰਨਾ ਕੁ ਆਨੰਦਮਈ ਹੈ। ਮਤਲਬ ਕਬੀਰ ਸਾਹਿਬ ਦੀ ਜੋ ਇਹਦੇ ਅੰਦਰ ਸਾਰਾ ਸਾਰਾ ਜਿੰਨੀ ਹੁਣ ਤੱਕ ਬਾਣੀ ਅਸੀਂ ਕਰਦੇ ਆ ਰਹੇ ਹਾਂ, ਜਾਂ ਵੀਰ ਜੀ ਹੁਣੀ ਜਾਂ ਨਿੱਜਰ ਸਾਹਿਬ, ਉਹਦੇ 'ਚ ਇਹ ਹੈ ਕਿ ਆਨੰਦਮਈ ਅਵਸਥਾ ਬਣਦੀ ਜਾਣੀ ਹੈ। ਹੌਲੀ 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 ਤੁਸੀਂ ਜਿੱਦਾਂ ਲੱਗੇ ਰਹਿਣਾ ਮਤਲਬ ਉਹਦੇ ਵਿੱਚ। ਤੇ ਉਹ ਕੀ ਹੈ ਕਿ ਫਿਰ ਗੁਰਬਾਣੀ 'ਚ ਇੱਕ ਤੁਕ ਆਉਂਦੀ ਹੈ ਕਿ ਦੀਵਾ ਬਲੇ ਅੰਧੇਰਾ ਜਾਏ, ਹਨਾ ਜੀ। ਵੇਦ ਪਾਠ ਮਤ ਪਾਪਾ ਖਾਏ, ਹਨਾ ਜੀ। ਹਨੇਰਾ ਜਦੋਂ ਦੀਵਾ ਜਲ ਗਿਆ, ਗਿਆਨ ਦਾ ਦੀਵਾ ਬਲ ਗਿਆ ਨਾ ਜੀ, ਉਦੋਂ ਫਿਰ ਉਹ ਜਿਹੜਾ ਸਾਰਾ ਜਿਹੜੇ ਤੁਹਾਡੇ ਅੰਦਰ ਚੇਂਜਸ ਆਉਣੀਆਂ ਸ਼ੁਰੂ ਹੋਣੀਆਂ। ਫਿਰ ਉਹ ਅਵਸਥਾਵਾਂ ਨੇ, ਉਹ ਜਿਵੇਂ ਇਹਦੇ ਵਿੱਚ ਦੱਸ ਰਹੇ ਆ ਕਬੀਰ ਸਾਹਿਬ ਕਿ ਵੀ ਉਹ ਅਵਸਥਾਵਾਂ ਨੇ ਸਾਰੀਆਂ, ਫਿਰ ਉਹ ਪ੍ਰਮਾਤਮਾ ਦੀ ਕਿਰਪਾ ਨਾਲ ਇਹ ਅਵਸਥਾ ਬਣਨੀ ਹੈ ਅਖੀਰ ਦੇ ਵਿੱਚ। ਫਿਰ ਅਖੀਰ ਦੇ ਵਿੱਚ ਉਹ ਇੱਕ ਉਹ ਪੰਜਾਬ ਦਾ ਲੋਕ ਕਾਵਿ ਨਾ ਜੀ, ਉਹ ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ, ਹਨਾ। ਉਹ ਫਿਰ ਉਹ ਆਪਣੇ ਆਪ ਪ੍ਰਮਾਤਮਾ ਹੀ ਤੁਸੀਂ ਮਤਲਬ ਜਿਹੜਾ ਉਸ ਜਦੋਂ ਮੰਡਲ ਦੇ ਵਿੱਚ ਜਾਣਾ ਤੇ ਉੱਥੇ ਹੀ ਪਹੁੰਚਣਾ। ਪਰ ਜਿਹਦਾ ਰਸਤਾ ਇੰਨਾ ਆਨੰਦਮਈ ਹੈ, ਉਹ ਕਬੀਰ ਸਾਹਿਬ ਕਹਿੰਦੇ ਵੀ ਉਹ ਦੇਖੋ ਤੁਸੀਂ ਕਿੰਨਾ ਉਹ ਸਿਮਰਨ ਦੇ ਵਿੱਚ ਕਿੰਨੀ ਮਤਲਬ ਤੁਹਾਨੂੰ ਤਾਕਤ ਹੈ ਕਿ ਉਹ ਤੁਹਾਨੂੰ ਪਹਿਲਾਂ ਮੁਕਤ ਦੁਆਰਾ ਦਿਖਾਏਗਾ, ਫਿਰ ਬੈਕੁੰਠ ਤੱਕ ਪਹੁੰਚਾਉਣਾ ਉਹਨੇ। ਫਿਰ ਉਹ ਕਹਿੰਦੇ ਜੀ ਨਿਰਭਉ ਕਹਿ ਘਰ ਬਜਾਵੇ ਧੂਰ ਵੀ, ਉਹ ਤੁਹਾਨੂੰ ਫਿਰ ਉਹ ਰਸਤੇ ਦੇ ਵਿੱਚ ਤੁਹਾਨੂੰ ਸਾਰੇ ਉਹ ਜਿਹੜਾ ਨਿਰਭਉ ਉੱਥੇ ਤੂਰੇ ਮਤਲਬ ਜਿਹੜਾ ਏਦਾਂ ਦੇ ਆਨੰਦ ਨਾਦ ਕਿੰਗਰੀ ਸਾਰੀਆਂ ਚੀਜ਼ਾਂ ਦੇ ਤੁਹਾਨੂੰ ਆਤਮਿਕ ਆਨੰਦ, ਜਿੱਦਾਂ ਮੰਨੋ ਕਿ ਤੁਸੀਂ ਮਤਲਬ ਕੋਈ ਬਾਜ਼ਾਰ ਆ ਤੁਹਾਡੇ ਅੰਦਰ ਕੋਈ ਨਿਡਰ ਬਿਲਕੁਲ ਮਤਲਬ ਤੁਸੀਂ ਉਹ 'ਚ ਤੁਰਦੇ ਜਾਓਗੇ, ਕਿਉਂਕਿ ਭੌ ਤੋਂ ਹੀ ਪੈਦਾ ਹੋਇਆ ਇਹ ਸਾਰਾ ਪਰਮਾਤਮਾ ਦਾ ਜਿਹੜਾ ਡਰ ਤੋਂ ਹੀ ਅਸੀਂ ਇਹਦੇ ਅੰਦਰ ਨੂੰ ਵੜਦੇ ਜਾ ਰਹੇ ਹਾਂ। ਇੱਕ ਐਸਾ ਡਰ ਹੈ ਜਿਹਦੇ ਬਾਕੀ ਦੁਨੀਆ ਦੇ ਡਰਾਂ ਤੋਂ ਬੰਦਾ ਦੂਰ ਭੱਜਦਾ, ਇੱਕ ਐਸਾ ਪਰਮਾਤਮਾ ਦਾ ਡਰ ਹੈ ਜਿਹਦੇ ਅੰਦਰ ਵੜੀ ਜਾ ਰਿਹਾ, ਉਹਨੂੰ ਆਨੰਦ ਹੀ ਆਈ ਜਾ ਰਿਹਾ। ਉਹ ਆਨੰਦ ਤੇ ਆਨੰਦਮਈ ਅਵਸਥਾ ਜਿਹੜੀ ਹੈ ਬਣਦੀ ਜਾ ਰਹੀ ਹੈ। ਤੇ ਫਿਰ ਉਹ ਨਾਲ ਕੀ ਕਹਿੰਦੇ ਕਿ ਅਨਹਦ ਵਜੈ ਸਦਾ ਭਰਪੂਰ, ਵੀ ਉਹ ਸਦਾ ਹੀ ਫਿਰ ਜਿਹੜਾ ਅਨਹਦ ਵਾਜੇ ਜਿਹੜੇ ਤੂਰੇ ਉਹ ਵੱਜਦੇ ਰਹਿੰਦੇ ਆ। ਐਸਾ ਰਸ ਆਊਗਾ ਜਿਹਦੇ ਚ ਕੋਈ ਘਟਨਾ ਨਹੀਂ ਹੈ, ਉਹ ਵੱਧਦਾ ਹੀ ਤੁਰਿਆ ਜਾਣਾ ਹਨਾ। ਤੇ ਉਹ ਜਿਵੇਂ ਕਹਿੰਦੇ ਉਹ ਕੋਈ ਉਹਦੇ ਚ ਮਤਲਬ ਘਾਟਵਾਦ ਨਹੀਂ ਹੁੰਦੀ ਫਿਰ, ਹਨਾ ਜੀ। ਤੇ ਉਹ ਹੋਣਾ ਕੀ ਹੈ ਇਹ ਸਿਮਰਨ ਨਾਲ। ਸਿਮਰਨ ਉਹੀ ਗੱਲ ਆ ਗਈ ਫਿਰ ਕਿ ਵੀ ਉਹ ਪੜ੍ਹਨ ਸੁਣਨ ਦਾ ਵਿਸ਼ਾ ਨਹੀਂ ਹੈ। ਉਹ ਕਹਿੰਦੇ ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲੇ ਸੋਈ, ਸਭ ਮੈਂ ਦੇਖੀ। ਹਾਂਜੀ ਤੋਂ ਪੜ੍ਹਿਆ ਨਹੀਂ ਭੇਦ ਬੁੱਝਿਆ ਭਾਵਨਾ। ਬੁੱਝਣਾ ਕੀ ਹੈ ਮੀਨਸ ਅਸੀਂ ਉਸ ਦੀ ਯਾਦ ਦੇ ਵਿੱਚ ਜਿਹੜਾ ਸਾਨੂੰ ਮਾਲਕ ਨੇ ਦੇਖੋ ਐਡਾ ਵੱਡਾ ਝਰੋਖਾ ਮਤਲਬ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਦਿੱਤਾ ਹਨਾ। ਤੇ ਉਹ ਅਸੀਂ ਉਹ ਐਡਾ ਵੱਡਾ ਮਤਲਬ ਐਡੇ ਬ੍ਰਹਮ ਗਿਆਨੀਆਂ ਦੀ ਬਾਣੀ ਹੈ। ਅਸੀਂ ਉਹ ਝਰੋਖੇ ਨੂੰ ਦੇ ਵਿੱਚੋਂ ਗਿਆਨ ਪ੍ਰਾਪਤ ਕਰਕੇ ਅਸਲੀ ਸੂਰਜ ਤੱਕ ਪਹੁੰਚਣਾ। ਮਤਲਬ ਸਾਡਾ ਇਹ ਸਾਡੀ ਆਤਮਾ ਦਾ ਇਹ ਮਤਲਬ ਏਮ ਹੈ, ਪਰਪਸ ਹੈ ਸਾਡਾ। ਕਿਉਂਕਿ ਆਤਮਾ ਜਿਹੜੀ ਹੈ ਉਹ ਆਤਮਾ ਦਾ ਜਿਹੜਾ ਸਰੀਰ ਮਿਲਿਆ ਉਹ ਆਤਮਾ ਦੇ ਜਿਹਨੂੰ ਕਹਿੰਦੇ ਨੇ ਉਹ ਇੱਕ ਵਾਹਨ ਮਿਲਿਆ ਸਾਨੂੰ, ਜਾਂ ਇੱਕ ਟਰੈਵਲ ਕਰਨ ਲਈ ਇੱਕ ਸਾਧਨ ਮਿਲਿਆ। ਤੇ ਉਹ ਅਸੀਂ ਸਰੀਰ ਦੀ ਵਰਤੋਂ ਕਰਦੇ ਹੋਏ ਉਸ ਦੇ ਅੰਦਰ ਅਸੀਂ ਪ੍ਰਵੇਸ਼ ਪਾਉਣਾ। ਉਹ ਹੋਣਾ ਸਿਮਰਨ ਤੋਂ, ਪ੍ਰੇਮ ਭਗਤੀ ਨਾਲ। ਤੇ ਇਹ ਜਿਹੜਾ ਸਾਰਾ ਇਸ ਕਿਉਂਕਿ ਫਿਰ ਉਹ ਕਹਿੰਦੇ ਕਬੀਰ ਸਾਹਿਬ ਕਹਿੰਦੇ ਐਸਾ ਸਿਮਰਨ ਕਰ ਮਨ ਮਾਹੇ, ਉਹ ਮਨ ਦੇ ਵਿੱਚ ਹੋਣਾ ਸਿਮਰਨ। ਇਹ ਕੋਈ ਇਹ ਫਿਜ਼ੀਕਲ ਨਹੀਂ, ਅੰਦਰੋਂ ਹੋਣਾ ਇਹ ਸਿਮਰਨ ਮਨ ਦੇ ਨਾਲ। ਬਿਨ ਸਿਮਰਨ ਮੁਕਤ ਕਦ ਨਾ ਹੈ, ਇਹ ਤੋਂ ਬਿਨਾਂ ਮੁਕਤੀ ਨਹੀਂ ਮਿਲਣੀ। ਜੇ ਸਿਮਰਨ ਨਾ ਇਹ ਮੇਰੇ ਖਿਆਲ ਅੱਗੇ ਤੁਸੀਂ ਨਿੱਜਰ ਸਾਹਿਬ ਮੇਰੇ ਖਿਆਲ ਮੈਂ ਕੁਝ ਜ਼ਿਆਦਾ ਬੋਲ ਗਿਆ ਅੱਗੇ। ਨਹੀਂ ਕੋਈ ਨਹੀਂ ਅੱਗੇ ਦੀ ਯਾਤਰਾ। ਹਾਂਜੀ ਜੇ ਕੁਝ ਗਲਤ ਹੋਇਆ ਤਾਂ ਮੈਂ ਸੰਗਤ ਜੀ ਮਾਫ ਕਰ। ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ। ਐਸਾ ਸਿਮਰਨ ਕਰ ਮਨ ਮਾਹੇ, ਬਿਨ ਸਿਮਰਨ ਮੁਕਤ ਕਤ ਨਾਹੇ। ਕਹਿੰਦੇ ਇਸ ਤਰ੍ਹਾਂ ਆਹ ਸਿਮਰਨ ਹੈਗਾ। ਔਰ ਇਸ ਸਿਮਰਨ ਦੇ ਵਾਸਤੇ ਆਪਾਂ ਨੂੰ ਪ੍ਰੇਰਨਾ ਮਿਲਣੀ ਹੈ, ਉਤਸ਼ਾਹ ਮਿਲਣਾ ਹੈ। ਇਸ ਆਹ ਗੁਰੂ ਦੀ ਮੱਤ ਨੇ, ਬ੍ਰਹਮ ਬਾਣੀ ਨੇ, ਬ੍ਰਹਮ ਗਿਆਨੀਆਂ ਦੀ ਮੱਤ ਨੇ। ਬ੍ਰਹਮ ਗਿਆਨੀਆਂ ਨੇ ਪ੍ਰੇਰਨਾ ਦੇਣੀ ਆਪਾਂ ਨੂੰ ਸਿਮਰਨ ਕਰਨ ਦੇ ਵਾਸਤੇ, ਪ੍ਰੇਰਿਤ ਕਰਨਾ ਹੈ। ਆਹੀ ਹੈਗੀ ਜਿਹੜੀ ਹੈਗੀ ਸਾਧ ਸੰਗਤ। ਸਾਧ ਸੰਗਤ ਦੇ ਵਿੱਚ ਕੀ ਕਰਨਾ? ਪ੍ਰੇਰਨਾ ਮਿਲਣੀ ਹੈ ਆਪਾਂ ਨੂੰ, ਉਤਸ਼ਾਹ ਮਿਲਣਾ ਹੈ ਆਹ ਕੰਮ ਕਰਨ ਵਾਸਤੇ। ਔਰ ਸਾਧ ਸੰਗਤ ਦੇ ਵਿੱਚ ਗਿਆਨ ਲੱਭਣਾ ਹੈ ਆਪਾਂ ਨੂੰ। ਗਿਆਨ ਇੱਕ ਟੂਲ ਹੈਗਾ। ਔਰ ਜਿਹੜਾ ਹੈਗਾ ਐਕਸ਼ਨ ਜਿਹੜਾ ਹੈਗਾ ਜੋ ਆਪਾਂ ਨੇ ਕਰਮ ਕਰਨਾ ਹੈ ਉਹ ਕਰਾਂਗੇ ਤਾਂ ਜਿਹੜਾ ਹੈਗਾ ਆਪਣੇ ਅੰਦਰ ਜਿਹੜੀ ਹੈਗੀ ਆ ਚੜ੍ਹਾਈ ਹੋਏਗੀ। ਤਾਂ ਆਪਣੇ ਅੰਦਰ ਜਿਹੜੀ ਹੈਗੀ ਆ ਉਹ ਜਿਹੜਾ ਹੈਗਾ ਆਪਣੇ ਅੰਦਰ ਜਿਹੜੀ ਆਪਣੀ ਮੈਲ ਜਿਹੜੀ ਹੈ ਜੋ ਕਾਰਨਸ਼ੀਲ ਹੈਗਾ ਉਹ ਜਿਹੜਾ ਹੈਗਾ ਤਾਂ ਜਾ ਕੇ ਆਪਾਂ ਘੜੇ ਜਾਵਾਂਗੇ। ਗਿਆਨ ਦੇ ਨਾਲ ਆਪਾਂ ਨਹੀਂ ਘੜੇ ਜਾਵਾਂਗੇ। ਗਿਆਨ ਨੇ ਸਿਰਫ ਪਿਆਰ ਪੈਦਾ ਕਰਨਾ ਹੈ। ਸੰਗਤ ਨੇ ਪਿਆਰ ਪੈਦਾ ਕਰਨਾ ਹੈ। ਸਾਧ ਸੰਗਤ ਨੇ ਪਿਆਰ ਪੈਦਾ ਕਰਨਾ ਹੈ। ਗਿਆਨ ਨੇ ਜਿਹੜਾ ਹੈਗਾ ਆਪਾਂ ਧਿਆਨ ਕਰਾਂਗੇ, ਸਿਮਰਨ ਕਰਾਂਗੇ ਤੇ ਉਹਦੇ ਨਾਲ ਜਿਹੜਾ ਹੈਗਾ ਘੜੇ ਜਾਵਾਂਗੇ। ਉਹ ਯਾਤਰਾ ਹੈਗੀ। ਇਹ ਦੋਨੋਂ ਦੇ ਦੋਨੋਂ ਜ਼ਰੂਰੀ ਹੈਗੇ, ਅੰਗ ਜ਼ਰੂਰੀ ਹੈਗੇ ਭਾਈ। ਗਿਆਨ, ਧਿਆਨ ਔਰ ਕਰਮ
ਔਰ ਸਿਮਰਨ ਤੋਂ ਅੱਗੇ ਨੈਕਸਟ ਜਿਹੜਾ ਧਿਆਨ ਹੈਗਾ, ਆਪਣੇ ਆਪ ਧਿਆਨ ਲੱਗ ਜਾਣਾ ਹੈ, ਬਿਲਕੁਲ ਆਪਾਂ ਨੂੰ ਵਿਚਾਰ ਆਪਣੇ ਬੰਦ ਹੋ ਜਾਣੇ ਆ। ਹੁਣ ਅਗਲਾ ਬੰਦ ਆ ਗਿਆ, ਜਿਹ ਸਿਮਰਨ ਨਾਹੀ ਨਨਕਾਰ। ਕਹਿੰਦੇ ਉਹ ਸਿਮਰਨ ਦੇ ਨਾਲ ਕੋਈ ਮਜਾਲ ਹੈ ਜਿਹੜੀ ਹੈਗੀ, ਕੋਈ ਕਿਸੇ ਕਿਸਮ ਦੀ ਜਿਹੜੀ ਹੈ ਮਾਇਆ ਜਿਹੜੀ ਹੈਗੀ ਜਾ ਕੇ ਜਿਹੜੀ ਹੈਗੀ ਇਹ ਡੁਲਾ ਦੇ ਤੈਨੂੰ, ਇਹ ਤੈਨੂੰ ਜਿਹੜਾ ਹੈਗਾ ਉਸ ਰਸਤੇ ਤੋਂ ਨਨਕਾਰ ਕਰ ਦੇ, ਤੈਨੂੰ ਜਿਹੜਾ ਹੈਗਾ ਤੈਨੂੰ ਉਸ ਰਸਤੇ ਤੋਂ ਵਿਚਲਿਤ ਕਰ ਦੇ। ਜੇ ਸਿਮਰਨ ਨਾਹੀ ਨਨਕਾਰ, ਮੁਕਤ ਕਰੇ ਉਤਰੇ ਬਹੁ ਭਾਰ। ਮੁਕਤ ਹੋ ਜਾਏਗਾ ਭਾਈ, ਇਹ ਸਿਮਰਨ ਮੁਕਤ ਕਰ ਦੇਗਾ। ਔਰ ਜਨਮਾਂ ਜਨਮਾਂ ਦਾ ਭਾਰ ਜਿਹੜੀ ਹੈਗੀ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ ਖਨਲੀ ਧੋਤੀ, ਉਜਲੀ ਨਾ ਤੀਵਈ ਜੇ 100 ਧੋਵਣ ਪਾਓ। ਇੰਨਾ ਭਾਰ ਦੇਖ ਲਓ ਉਤਰ ਜਾਏਗਾ ਭਾਈ। ਆਪਾਂ ਹਲਕੇ ਹੁੰਦੇ ਜਾਣਾ ਹੈ, ਹਲਕੇ ਹੁੰਦੇ ਜਾਣਾ। ਯਾਤਰਾ ਜਿਹੜੀ ਹੈਗੀ ਹੋਰ ਤੇਜ਼ ਹੋਣੀ ਹੈ, ਦਿਨ ਦੁਣੀ ਰਾਤ ਚੌਗਣੀ ਵਧਣੀ ਹੈ। ਜਿਉਂ ਜਿਉਂ ਜਿਹੜਾ ਹੈਗਾ ਸਿਮਰਨ ਕਰਾਂਗੇ, ਇਹ ਕਾਰਵਾਈ ਕਰਾਂਗੇ, ਧਿਆਨ ਸਿਮਰਨ ਕਰਾਂਗੇ ਤੇ ਆਪਾਂ ਹਲਕੇ ਹੋਣਾ ਹੈ। ਜਿਵੇਂ ਖਲੂਸ ਹੈ, ਗੁਬਾਰੇ ਹੈਗੇ ਆ, ਇਹ ਗੁਬਾਰੇ ਆਪਾਂ ਜਿਹੜੇ ਹੈਗੇ, ਆਪਾਂ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ 5 ਪੱਥਰ ਲੱਗੇ ਹੋਏ, ਗੁਬਾਰਾ ਨਹੀਂ ਉੱਡ ਸਕਦਾ। ਜਿਉਂ ਜਿਉਂ ਜਿਹੜਾ ਹੈਗਾ ਸਿਮਰਨ ਕਰਾਂਗੇ ਤੇ ਗੁਬਾਰੇ ਜਿਹੜੇ ਹੈਗੇ ਕੱਟੇ ਜਾਣਗੇ, ਹਲਕੇ ਹੋਈ ਜਾਣੇ। ਇਹ ਪੱਥਰ ਜਿਹੜੇ ਹਲਕੇ ਹੋਣੇ, ਗੁਬਾਰੇ ਜਿਹੜੇ ਹੈਗੇ ਉੱਪਰ ਨੂੰ ਜਿਹੜਾ ਹੈਗਾ ਆਪਣੀ ਆਤਮਾ ਨੇ ਉੱਪਰ ਨੂੰ ਖਿੱਚੀਏ ਜਾਣਾ। ਜੇ ਸਿਮਰਨ ਨਾਹੀ ਨਨਕਾਰ, ਮੁਕਤ ਕਰੈ ਉਤਰੇ ਬਹੁ ਭਾਰ। ਨਮਸਕਾਰ ਕਰ ਹਿਰਦੇ ਮਾਹੇ, ਫਿਰ ਤੇਰਾ ਆਵਨ ਨਾ ਹੈ। ਆਇਆ ਭਾਈ ਉਹ ਮਾਲਕ ਪਰਮਾਤਮਾ ਨੂੰ ਸਮਰਨ ਕਰ ਰਹੇ ਹਾਂ ਆਪਾਂ, ਮਾਲਕ ਨੂੰ ਤਾਂ ਯਾਦ ਕਰ ਰਹੇ ਹਾਂ, ਮਾਲਕ ਤਾਂ ਹਿਰਦੇ ਦੇ ਵਿੱਚ ਹੈਗਾ। ਆਹੀ ਨਮਸਕਾਰ ਕਰਨੀ ਹੈ ਮਾਲਕ ਪਰਮਾਤਮਾ ਨੂੰ, ਜਿਹਦਾ ਰੂਪ ਨਹੀਂ, ਰੰਗ ਨਹੀਂ, ਰੇਖ ਨਹੀਂ ਹੈ। ਉਹਨੂੰ ਨਮਸਕਾਰ ਕਰਨੀ ਹੈਗੀ। ਇੱਕ ਸੈਕਿੰਡ ਜੀ, ਇਹ ਉਹ ਕੋਈ ਆ ਰਿਹਾ, ਮਾਫ ਕਰਨਾ ਜੀ, ਮੈਂ ਤਾਂ ਗੁਰਸ਼ਨ ਸਿੰਘ ਜੀ। ਜੇ ਸਿਮਰਨ ਨਾਹੀ ਨਨਕਾਰ, ਮੁਕਤ ਕਰੇ ਉਤਰੇ ਬਹੁ ਭਾਰ। ਨਮਸਕਾਰ ਕਰ ਹਿਰਦੇ ਮਾਹੇ, ਫਿਰ ਤੇਰਾ ਆਵਨ ਨਾ ਹੈ। ਇਸ ਤਰ੍ਹਾਂ ਜਿਹੜਾ ਹਿਰਦੇ ਦੇ ਵਿੱਚ ਨਮਸਕਾਰ ਹੋਣੀ ਹੈ ਭਾਈ ਮਾਲਕ ਪਰਮਾਤਮਾ ਨੂੰ। ਹੁਣ ਜੇ ਵਿਚਾਰ ਹੀ ਹੈ ਨਹੀਂ ਕਿ ਮਾਲਕ ਦੇ ਮਾਲਕ ਹੀ ਤਾਂ ਹੈਗਾ ਆ, ਆਪਣੀ ਆਤਮਾ ਜਿਹੜੀ ਹੈਗੀ ਉਸੇ ਨਾਲ ਤਾਂ ਸੰਗ ਆ। ਜੇ ਸਿਮਰਨ ਨਾਹੀ ਨਨਕਾਰ, ਮੁਕਤ ਕਰੇ ਉਤਰੇ ਬਹੁ ਪਾਰ। ਨਮਸਕਾਰ ਕਰ ਹਿਰਦੇ ਮਾਹੇ, ਫਿਰ ਤੇਰਾ ਆਵਨ ਨਾ ਹੈ। ਕਹਿੰਦੇ ਬਾਰ-ਬਾਰ ਦਾ ਜਿਹੜਾ ਆਉਣਾ ਜਿਹੜਾ ਹੈਗਾ, ਇਹ ਜੂਨਾਂ ਦੇ ਵਿੱਚ ਜਾਣਾ ਨਹੀਂ ਹੋਏਗਾ ਭਾਈ, ਨਹੀਂ ਹੋਏਗਾ। ਜੇ ਸਿਮਰਨ ਕਰੇ ਤੂੰ ਕੇਲ, ਇਹ ਸਿਮਰਨ ਦੇ ਨਾਲ ਕੀ ਕਰ ਰਹੇ ਆਪਾਂ ਪਰਮਾਤਮਾ ਨੂੰ ਹੀ, ਪਰਮਾਤਮਾ ਆਪਣੀ ਯਾਦ 'ਚ ਆ ਰਿਹਾ, ਪਰਮਾਤਮਾ ਦੇ ਨਾਲ ਜਿਹੜਾ ਖੁਸ਼ਹਾਲ ਕੇਲ ਕਰ ਰਹੇ ਆਪਾਂ। ਮਾਲਕ ਦਾ ਸਾਥ, ਮਾਲਕ ਨੇ ਪ੍ਰਗਟ ਹੋ ਜਾਣਾ ਹੈ, ਨਾਮ ਨੇ ਪ੍ਰਗਟ ਹੋਣਾ ਹੈ। ਪਹਿਲੇ ਨਾਮ ਪਦਾਰਥ ਨੇ, ਦੇਹੀ ਅੰਦਰ ਨੌਨਿਤ ਅੰਮ੍ਰਿਤ, ਉਹ ਹੁੰਦਾ ਨਾ, ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ, ਉਹ ਪ੍ਰਗਟ ਹੋ ਜਾਣਾ ਹੈ ਦੇਹੀ ਦੇ ਵਿੱਚੋਂ। ਜੇ ਸਿਮਰਨ ਕਰੇ ਤੂੰ ਕੇਲ, ਦੀਪਕ ਬਾਂਧ ਧਰਿਓ ਬਿਨ ਤੇਲ। ਬਗੈਰ ਤੇਲ ਦੇ ਹੀ ਦੀਪਕ ਜਿਹੜਾ ਹੈਗਾ, ਜਿਹੜਾ ਜਲ ਗਿਆ ਭਾਈ, ਸਥਿਰ ਹੋ ਗਿਆ, ਬੰਨ ਕੇ ਅੰਦਰ ਸਥਿਰ ਹੋ ਗਿਆ ਗਿਆਨ ਦਾ ਦੀਪਕ। ਮਜਾ ਲਿਆ ਕੋਈ ਮਾਇਆ ਦਾ ਜਿਹੜਾ ਹੈਗਾ, ਜਿਹੜਾ ਇੱਧਰ ਉੱਧਰ ਦੇ ਜਿਹੜੇ ਹੈਗੇ ਵਿਚਾਰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਜਿਹੜੇ ਹੈਗੇ, ਇਹਨੂੰ ਬੁਝਾ ਦੇਣ ਦੀਪਕ ਨੂੰ। ਇਹਦੇ ਗਿਆਨ, ਇਹਦੀ ਰੋਸ਼ਨੀ ਦੇ ਵਿੱਚ ਹੁਣ ਅਭਿਆਸੀ ਨੇ ਜਿਹੜਾ ਹੈਗਾ, ਇਹਦੇ ਨਾਲ ਇਸ ਗਿਆਨ ਦੇ ਨਾਲ ਜੋ ਵੀ ਕਰਮ ਕਰੂਗਾ, ਗਿਆਨ ਦੇ ਨਾਲ ਕਰੂਗਾ ਕਰਮ, ਇਸ ਦੀਪਕ ਦੀ ਰੋਸ਼ਨੀ ਦੇ ਵਿੱਚ ਕਰੂਗਾ। ਦੀਪਕ ਬਾਂਧ ਧਰਿਓ ਬਿਨ ਤੇਲ, ਸੋ ਦੀਪਕ ਅਮਰਖ। ਜੇ ਸਿਮਰਨ ਕਰੇ ਤੂੰ ਕੇਲ, ਦੀਪਕ ਬਾਂਧ ਧਰਿਓ ਬਿਨ ਤੇਲ, ਸੋ ਦੀਪਕ ਅਮਰਖ ਸੰਸਾਰ। ਉਹ ਦੀਪਕ ਹੈ ਭਾਈ, ਸੰਸਾਰ ਦੇ ਵਿੱਚ ਅਮਰ ਕਰ ਦਿੰਦਾ ਹੈ। ਕਾਮ ਕ੍ਰੋਧ ਬਿਖ ਕਾਢੀ ਲੈ ਮਾਰ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਜ਼ਹਿਰ ਜਿਹੜੀ ਹੈਗੀ ਇਹਨੂੰ ਕੱਢ ਦਿੰਦਾ ਹੈ ਮਾਰ ਕੇ। ਜਿਵੇਂ ਜੇ ਸਿਮਰਨ ਤੇਰੀ ਗਤ ਹੋਏ, ਆਇਆ ਪਾਏ, ਨਹੀਂ ਤਾਂ ਅਵਗਤੀ ਹੋਣੀ ਆਪਣੀ। ਉੱਚੀ ਅਵਸਥਾ, ਗਤ ਕੀ ਹੈਗੀ? ਉੱਚੀ ਅਵਸਥਾ, ਚੌਥੇ ਪਦ ਦੇ ਵਿੱਚ, ਨਹੀਂ ਤਾਂ ਮਾਇਆ ਦੇ ਵਿੱਚ, ਤ੍ਰਿਗੁਣੀ ਮਾਇਆ ਦੇ ਵਿੱਚ ਹੀ ਆਪਾਂ। ਜੇ ਸਿਮਰਨ ਤੇਰੀ ਗਤ ਹੋਏ, ਇੱਥੇ ਹੀ ਡੁਬਕੀਆਂ ਖਾ ਰਹੇ। ਜੇ ਸਿਮਰਨ ਨਹੀਂ ਤਾਂ ਫਲੋਟ ਕਰਾਂਗੇ ਉੱਪਰ,
ਜਦ ਤੱਕ ਸਰੀਰ ਹੈਗਾ ਤਦ ਤੱਕ ਉੱਪਰ ਮਾਇਆ ਦੇ ਫਲੋਟ ਕਰਾਂਗੇ ਕਮਲ ਦੇ ਵਾਂਗੂ। ਜੈ ਸਿਮਰਨ ਤੇਰੀ ਗਤ ਹੋਏ ਸੋ ਸਿਮਰਨ ਰੱਖ ਕੰਠ ਪਰੋਏ। ਕਹਿੰਦੇ ਕੰਠ ਦੇ ਵਿੱਚ ਪਰੋ ਕੇ ਰੱਖ ਇਹਨੂੰ। ਜਿਸ ਜਗ੍ਹਾ ਤੇ ਆਪਾਂ ਜਿੱਥੇ ਵੀ ਜਿਹੜੇ ਵੀ ਕੰਮ ਦੇ ਵਿੱਚ ਆਪਾਂ ਜਿਹੜੇ ਹੈਗੇ ਆਪਣੇ ਸਵਾਸ ਲਾਉਣੇ ਆ, ਆਪਣਾ ਧਿਆਨ ਲਾਉਣੇ ਆ, ਉਹੀ ਸਿਮਰਨ ਕਰ ਰਹੇ ਆ, ਉਹਦਾ ਹੀ ਸਿਮਰਨ ਕਰ ਰਹੇ ਆ ਆਪਾਂ। ਕਾਮ ਦੇ ਵਿੱਚ, ਕ੍ਰੋਧ ਦੇ ਵਿੱਚ, ਲੋਭ ਦੇ ਵਿੱਚ, ਮੋਹ ਦੇ ਵਿੱਚ, ਜੋ ਵੀ ਪਦਾਰਥ, ਆਕਾਰ, ਖਾਣਾ ਪੀਣਾ, ਜਿੱਧਰ ਨੂੰ ਆਪਣੇ ਸਵਾਸ ਲੱਗਦੇ ਆ ਉੱਧਰ ਨੂੰ ਆਪਣਾ ਜਿਹੜਾ ਉਹ ਚੀਜ਼ ਆਪਣੇ ਅੰਦਰ, ਉਹ ਆਪਣੇ ਅੰਦਰ ਪਰੋਈ ਹੋਈ ਆ ਆਪਾਂ ਨੇ। ਬਸ ਰਿਪਲੇਸ ਕਰਨਾ ਹੈ। ਇਹਦੇ ਨਾਲ ਕੀ ਹੋਗਾ? ਇਹਦੇ ਨਾਲ ਆਟੋਮੈਟਿਕਲੀ ਕੰਠ ਦੇ ਵਿੱਚ ਜਿਹੜਾ ਹੈਗਾ ਪਰੋਇਆ ਜਾਊਗਾ ਪਾਏ। ਜਿਹੜੀ ਵੀ ਚੀਜ਼ ਆਪਾਂ ਕਰਦੇ ਹਾਂ ਉਹ ਚੀਜ਼ ਜਿਹੜੇ ਹੈਗੇ ਉਹ ਲੀਹਾਂ ਛੱਡ ਦਿੰਦੀ ਆ ਆਪਣੇ ਅੰਦਰ, ਆਟੋਮੈਟਿਕਲੀ ਉਹ ਚੀਜ਼ ਸ਼ੁਰੂ ਹੋ ਜਾਂਦੀ ਹੈ। ਕੋਈ ਜਿਹੜਾ ਹੈਗਾ ਕੋਈ ਸੰਗੀਤ ਦੇਖ ਲਓ, ਕੋਈ ਸੰਗੀਤ ਜਿਹੜਾ ਕੋਈ ਸ਼ਬਦ ਦੇਖ ਲਓ, ਸੁਣ ਲਓ ਕੋਈ ਸ਼ਬਦ ਨੂੰ ਚੰਗੀ ਤਰ੍ਹਾਂ ਧਿਆਨ ਲਗਾ ਕੇ, ਬਾਰ-ਬਾਰ ਦਿਨ 'ਚ ਆਟੋਮੈਟਿਕਲੀ ਉਹ ਸ਼ਬਦ ਤੁਹਾਡੇ ਅੰਦਰ ਵੱਜਣ ਲੱਗ ਜਾਣਾ। ਜੇ ਸਿਮਰਨ ਤੇਰੀ ਗਤ ਹੋਏ ਸੋ ਸਿਮਰਨ ਰੱਖ ਕੰਠ ਪਰੋਏ। ਸੋ ਸਿਮਰਨ ਕਰ ਨਹੀਂ ਰਾਖ ਉਤਾਰ। ਦੇਖ ਲਾ ਪਿਆਰਿਆ, ਦੇਖ ਲਾ, ਮੰਨ ਲਾ ਗੱਲ, ਬ੍ਰਹਮ ਗਿਆਨੀਆਂ ਦੀ ਗੱਲ ਮੰਨ ਲਾ, ਉਹ ਸਿਮਰਨ ਕਰ ਲਾ। ਇਹ ਨਾ ਨੁੱਕਰ ਨੂੰ ਪਰੇ ਰੱਖ ਦੇ, ਨਾ ਨੁੱਕਰ ਨੂੰ ਪਰੇ ਰੱਖ ਦੇ, ਉਤਾਰ ਕੇ ਪਰੇ ਰੱਖ ਦੇ ਨਾ ਨੂੰ। ਗੁਰ ਪ੍ਰਸਾਦੀ ਉਤਰੇ ਪਾਰ। ਆਇਆ ਗੁਰੂ ਦਾ ਪ੍ਰਸਾਦ, ਆਇਆ ਗਿਆਨ ਗੁਰੂ ਦਾ। ਇਹ ਬ੍ਰਹਮ ਗਿਆਨ ਹੈਗਾ, ਆਹੀ ਪ੍ਰਸਾਦ ਹੈ ਜੇ ਲੈ ਲਾਂਗੇ ਆਪਾਂ ਤੇ। ਕਰਮੇ ਅੰਮ੍ਰਿਤਾਨ ਨਿਸਾਰਿਓ, ਖਿਸਰ ਗਿਓ ਭੂਮ ਪਰ ਡਾਰਿਓ। ਆਪਾਂ ਤਾਂ ਜਿਹੜੇ ਹੈਗੇ ਪੀਣ ਵਾਸਤੇ ਹੱਥ ਕਰਦੇ ਆ, ਬੁੱਕ ਕਰਦੇ ਆ, ਔਰ ਚਿਰੀਆਂ ਤੋਂ ਅੰਮ੍ਰਿਤ ਨਿਕਲ ਜਾਂਦਾ ਹੈ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਚਿਰੀਆਂ ਬੰਦ ਕਰਨੀਆਂ ਪੈਣੀਆਂ। ਇਹ ਵਿਚਾਰ ਹੈਗੇ ਆਪਣੇ। ਜੇ ਸਿਮਰਨ ਤੇਰੀ ਗਤ ਹੋਏ ਸੋ ਸਿਮਰਨ ਰੱਖ ਕੰਠ ਪਰੋਏ। ਸੋ ਸਿਮਰਨ ਕਰ ਨਹੀਂ ਰਾਖ ਉਤਾਰ। ਗੁਰ ਪ੍ਰਸਾਦੀ ਉਤਰੇ ਪਾਰ। ਹਾਂਜੀ ਸੁਖਵਿੰਦਰ ਜੀ। ਹਾਂਜੀ ਫਿਰ ਅੱਗੇ ਕਹਿ ਰਹੇ ਕਬੀਰ ਸਾਹਿਬ ਕਿ ਜੇ ਸਿਮਰਨ ਨਾਹੀਂ ਨਨਕਾਰ, ਕਿ ਉਹ ਇਸ ਤਰ੍ਹਾਂ ਇਹ ਜਿਹੜਾ ਸਿਮਰਨ ਹੈ ਇਹਦੇ ਨਾਲ ਫਿਰ ਤੇਰੇ ਅੱਗੇ ਕੋਈ ਰੁਕਾਵਟ, ਜਿਹੜੇ ਵਿਕਾਰ, ਕੋਈ ਜੇ ਤੈਨੂੰ ਲੱਗਦਾ ਨਾ ਕੋਈ ਰੁਕਾਵਟਾਂ ਪੈ ਜਾਣਗੀਆਂ, ਫਿਰ ਉਹ ਰੁਕਾਵਟਾਂ ਨਹੀਂ ਪੈਣੀਆਂ। ਇੱਕ ਵਾਰ ਜਦੋਂ ਤੇਰੀ ਸੁਰਤੀ ਜਿਹੜੀ ਹੈ ਉਹ ਜਿਹਨੂੰ ਕਹਿੰਦੇ ਆਪਣਾ ਜਿਹੜਾ ਉਹ ਆਪਣਾ ਉੱਚੋਂ ਉੱਪਰ ਅਪਗ੍ਰੇਡ ਹੋ ਗਈ ਨਾ, ਫਿਰ ਉਹ ਪ੍ਰਮਾਤਮਾ ਦੀ ਕਿਰਪਾ ਐਸੀ ਹੈ ਕਿ ਉਹ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਤੇ ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤਾ ਹੈ। ਉਹ ਫਿਰ ਉਹਦੇ ਜਦੋਂ ਜੇ ਸਿਮਰਨ ਨਹੀਂ ਨਨਕਾਰ, ਜਦੋਂ ਫਿਰ ਤੇਰੇ ਅੰਦਰ ਰੁਕਾਵਟਾਂ ਕਿਹਨੇ ਪਾਉਣੀਆਂ? ਜਦ ਤੂੰ ਉਹਦਾ ਆਪਣੇ ਆਪ ਨੂੰ ਅਪਗ੍ਰੇਡ ਮੂਲਾਧਾਰ ਤੋਂ ਉੱਪਰ ਤੇਰੀ ਸੁਰਤੀ ਜਾਂ ਜਿਹਨੂੰ ਕਹਿੰਦੇ ਆ ਵੀ ਉਹ ਪ੍ਰਮਾਤਮਾ ਦੀ ਜਿਹੜੀ ਸ਼ਕਤੀ, ਪ੍ਰਾਣ ਸ਼ਕਤੀ ਉੱਪਰ ਉੱਠ ਗਈ, ਫਿਰ ਤੂੰ ਪਿੱਛੇ ਨਹੀਂ ਜਾ ਸਕਦਾ। ਫਿਰ ਤੂੰ ਉੱਪਰ ਨੂੰ ਜਿੱਦਾਂ ਜਦੋਂ ਤੇਰੀ ਵਿਸ਼ੁੱਧੀ ਚੱਕਰ ਤੱਕ ਤੇਰੀ ਅਵਸਥਾ ਆ ਗਈ, ਫਿਰ ਤੈਨੂੰ ਤੇਰੀ ਈਵਨ ਮੌਤ ਵੀ ਤੇਰੇ ਤੋਂ ਉਹ ਜਿਹੜੀ ਅਵਸਥਾ ਖੋ ਨਹੀਂ ਸਕਦੀ। ਉਹ ਕਹਿੰਦੇ ਵੀ ਉਹ ਜਿਸ ਤਰ੍ਹਾਂ ਸਿਮਰਨ ਕਰਦਾ ਜਾਏਗਾ ਫਿਰ ਕੋਈ ਰੁਕਾਵਟਾਂ ਨਹੀਂ ਆਣੀਆਂ। ਮੁਕਤ ਕਰੈ ਉਤਰੇ ਬਹੁ ਭਾਰ। ਬਹੁਤ ਸਾਰਾ ਜਿਹੜਾ ਵੱਡਾ ਬੋਝ ਹੈ, ਜਿਹੜਾ ਬੰਧਨਾਂ ਤੋਂ ਮੁਕਤ, ਜੋ ਜਨਮਾਂ ਜਨਮਾਂਤਰਾਂ ਦੀ ਮੈਲ ਹੈ ਜਿਹੜੀ ਉਹ ਤੇਰੇ ਉੱਤੋਂ, ਉਹ ਸਾਰੇ ਭਾਰ ਉਤਰ ਜਾਣੇ ਆ। ਫਿਰ ਉਹ ਤੂੰ ਜਿਹੜਾ ਉਹ ਜਿਹੜੇ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਦੂਰ ਵਾਲੀ ਅਵਸਥਾ ਚੋਂ ਨਿਕਲ ਕੇ ਫਿਰ ਉਹ ਕਰਮੀ ਆਪੋ ਆਪਣੀ ਕਿਹੜੇ ਦੂਰ ਤੋਂ ਬਾਅਦ ਕਿ ਗਏ ਮਸਕਤ ਘਾਲ ਵਾਲੀ ਅਵਸਥਾ ਜਿਹੜੀ ਗੁਰੂ ਨਾਨਕ ਸਾਹਿਬ ਦੱਸਦੇ ਆ, ਜਿੰਨੀ ਨਾਮ ਤੇ ਆਇਆ ਵਾਲੀ ਅਵਸਥਾ, ਫਿਰ ਉੱਤੇ ਹੋਣ ਦੀ ਅਵਸਥਾ ਤੂੰ ਸ਼ਮੂਲੀਅਤ ਹੋ ਜਾਣੀ ਹੈ ਤੇਰੀ। ਮੁਕਤ ਕਰੇ ਉਤਰੇ ਬਹੁ ਭਾਰ। ਨਮਸਕਾਰ ਕਰ ਹਿਰਦੇ ਮਾਏ। ਕਰਨਾ ਕੀ ਹੈ? ਤੂੰ ਕਰਦੇ ਰਹਿਣਾ ਉਹ ਕਰ ਨਮਸਕਾਰ। ਫਿਰ ਤੇਰਾ ਆਵਨ ਨਾ ਹੈ, ਕਿਉਂਕਿ ਫਿਰ ਤੇਰਾ ਆਵਾਗਮਨ ਮਿਟ ਜਾਣਾ। ਤੇ ਕਿਉਂਕਿ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਮਤਲਬ ਹਾਂਜੀ। ਤੇ ਉਹ ਫਿਰ ਜਿਹੜਾ ਇਹ ਅਵਸਥਾ ਦੱਸ ਰਹੇ ਨੇ, ਫਿਰ ਉਹ ਕਹਿੰਦੇ ਉਹ ਸਿਮਰਨ ਦੇਖੋ, ਸਿਮਰਨ ਕੀ ਚੇਤਾ। ਜੇ ਤੂੰ ਕਰੀ ਜਾ ਰਹੇ ਹੈ, ਕਰੇ ਤੂੰ ਕੇਲ, ਫਿਰ ਉਹ ਸਿਮਰਨ ਦੇ ਵਿੱਚ ਤੈਨੂੰ ਕੀ ਮਿਲੂਗਾ? ਬੜਾ ਆਨੰਦਮਈ ਮਤਲਬ ਅਵਸਥਾ ਬਣੂ ਤੇਰੀ। ਤੂੰ ਨਿਕਲ ਹੀ ਨਹੀਂ ਸਕਣਾ, ਤੇਰਾ ਦਿਲ ਹੀ ਨਹੀਂ ਕਰਨਾ ਉੱਥੋਂ ਨਿਕਲਣ ਨੂੰ। ਐਸਾ ਤੇਰਾ ਕੇਲ ਉਹ ਪ੍ਰਮਾਤਮਾ ਨਾਲ ਤੇਰਾ ਚੱਲਣਾ ਸ਼ੁਰੂ ਹੋ ਜਾਣਾ ਹੈ। ਤੈਨੂੰ ਇਹ ਲੱਗੇਗਾ ਵੀ ਮੇਰੇ ਅੰਦਰ ਸਾਰਾ ਕੁਛ ਉਹੀ ਚੱਲ ਰਿਹਾ, ਸਾਰਾ ਕੁਛ ਸਾਰੀ ਸ੍ਰਿਸ਼ਟੀ ਦੇ ਅੰਦਰ ਉਹੀ ਚੱਲ ਰਿਹਾ।
ਸਾਰੇ ਆਸ-ਪਾਸ ਕਣ ਦੇ ਅੰਦਰ ਉਹੀ ਬਿਰਾਜਮਾਨ ਹੈ। ਸਾਰੇ ਕਿਤੇ ਉਹਦਾ ਹੀ ਸਾਰਾ ਜਿਹੜਾ ਹੈ ਰੂਪ ਜਾਂ ਆਵਾਜ਼, ਧੁਨੀਆਂ ਜਾਂ ਜੋ ਵੀ ਬ੍ਰਹਿਮੰਡ ਦੇ ਅੰਦਰ ਕਣ ਜ਼ਰਾ ਇੱਕ ਮਿੱਟੀ ਦਾ ਕਣ, ਸਭ ਜਗ੍ਹਾ ਉਹੀ ਬਿਰਾਜਮਾਨ ਹੈ। ਇੱਕੋ ਹੀ ਸ਼ਕਤੀ ਹੈ ਉਹ। ਅੱਜ ਤਾਂ ਹੁਣ ਤਾਂ ਸਾਇੰਸ ਨੇ ਵੀ ਪ੍ਰੂਵ ਕਰਤਾ, ਜੇ ਤੁਸੀਂ ਮਿੱਟੀ ਦੇ ਕਣ ਨੂੰ ਤੋੜ ਲਓ, ਉਹਦਾ ਨਿਊਟਰਨ, ਪ੍ਰੋਟੋਨ, ਇਲੈਕਟ੍ਰੋਨ ਖੋਲ ਲਓ, ਬੰਦੇ ਦਾ ਖੋਲ ਲਓ, ਕਿਸੇ ਜਾਨਵਰ ਦਾ ਖੋਲ ਲਓ, ਜਿਹਦਾ ਵੀ ਖੋਲ ਲਓ, ਐਂਡ ਦੇ ਵਿੱਚ ਉਹ ਸਾਰੇ ਸੇਮ ਹੀ, ਇੱਕੋ ਜਿਹੀ એનર્ਜੀ ਆ ਉਹ। ਦੇਖੋ ਮਾਲਕ ਦੀ, ਹਾਂ, ਉਹ ਹੁਣ ਜਿਹੜੀਆਂ ਚੀਜ਼ਾਂ ਉਹ ਦੱਸ ਰਹੇ ਨੇ ਆਪਣੇ ਅਨੁਭਵ ਨਾਲ, ਉਹ ਅੱਜ ਸਾਇੰਸ ਵੀ ਦੇਖੋ ਉਹਨਾਂ ਨੂੰ ਮੰਨਣ ਲਈ ਮਜਬੂਰ ਹੋ ਗਈ ਹੈ, ਕਿਉਂਕਿ ਉਹ ਤੋੜੀ ਜਾ ਰਹੇ ਨੇ। ਦੇਖੋ ਫਿਰ ਉਹ ਕਹਿੰਦੇ ਜੇ ਸਿਮਰਨ ਕਰੇ ਤੂੰ ਕੇ ਲੱਗੇ, ਕਹਿੰਦੇ ਦੀਪਕ ਬੰਨ੍ਹਿਓ ਤਾਂ ਬਾਂਧ ਧਰਿਓ ਬਿਨ ਤੇਲ। ਉਹ ਫਿਰ ਕਹਿੰਦੇ ਤੇਰੇ ਅੰਦਰ ਜਿਹੜਾ ਗਿਆਨ ਦਾ ਦੀਵਾ, ਕਿਉਂਕਿ ਉਹੀ ਗੱਲ ਆ ਗਈ ਨਾ, ਆਪਣਾ ਜਿੱਦਾਂ ਹੀ ਸੂਰਜ, ਹੁਣ ਦੇਖੋ ਆਪਾਂ ਦੇਖਦੇ ਹਾਂ ਕਿ ਰਾਤ ਹੋ ਗਈ ਤਾਂ ਮਤਲਬ ਸੂਰਜ ਆਪਾਂ ਕਹਿੰਦੇ ਛਿਪ ਗਿਆ ਤੇ ਉਹ ਚੰਦਰਮਾ ਆ ਗਿਆ। ਜਿੱਦਾਂ ਹੀ ਸਵੇਰ ਨੂੰ ਚਾਨਣ ਹੋਇਆ ਤੇ ਉਹ ਹੈ ਤਾਂ ਚੰਦਰਮਾ ਤਾਂ ਹੈ ਹੀ ਹੈ, ਪਿੱਛੇ ਚਲਾ ਗਿਆ ਉਹ, ਹੈ ਨਾ। ਤੇ ਉਹ ਕੀ ਹੈ ਕਿ ਉਹ ਕਿਸੇ ਹੋਰ ਡਾਇਰੈਕਸ਼ਨ, ਕਿਉਂਕਿ ਮੂਵਮੈਂਟ ਚਾਹੇ ਰੋਟੇਟ ਕਰ ਰਹੀ ਹੈ ਨਾ ਜੀ, ਤੇ ਉਹ ਕੀ ਹੈ ਉਹ ਪਿੱਛੇ ਚਲਾ ਗਿਆ ਤੇ ਚਾਨਣ ਜਿਹੜਾ ਕਿ ਸਾਹਮਣੇ ਆ ਗਿਆ, ਹੈ ਨਾ ਜੀ। ਉਹ ਕਹਿੰਦੇ ਫਿਰ ਐਸਾ ਬਿਨਾਂ ਤੇਲ ਦਾ ਜਿਹੜਾ ਗਿਆਨ ਦਾ ਦੀਵਾ ਜਦੋਂ ਆ ਗਿਆ ਤਾਂ ਵਿਕਾਰ ਜਿਹੜੇ ਉਹ ਪਿੱਛੇ ਚਲੇ ਗਏ, ਉਹ ਵਿਕਾਰ। ਹਾਂ, ਤੇ ਉਹ ਕਹਿੰਦੇ ਫਿਰ ਸੋ ਦੀਪਕ ਅਮਰਕ ਸੰਸਾਰ। ਉਹ ਫਿਰ ਐਸਾ ਦੀਵਾ ਹੈ ਉਹ ਜਿਹੜਾ ਦੀਵਾ ਜਿਹਦੇ ਮਨੁੱਖ ਦੇ ਅੰਦਰ ਜਗ ਪਏ ਤੇ ਉਹ ਸੰਸਾਰ ਦੇ ਵਿੱਚ ਫਿਰ ਉਹ ਕੀ ਹੈ, ਉਹ ਅਮਰ ਹੋ ਜਾਂਦਾ। ਮਤਲਬ ਅਮਰ ਵਾਲੀ ਅਵਸਥਾ, ਅੰਮ੍ਰਿਤ ਜਿਹਨੂੰ ਕਹਿੰਦੇ ਆ, ਅੰਮ੍ਰਿਤ ਮਤਲਬ ਮ੍ਰਿਤੂ ਤੋਂ ਅੱਗੇ ਦਾ ਲੋਕ ਜਿਹੜਾ ਹੈਗਾ, ਕਿਉਂਕਿ ਮ੍ਰਿਤੂ ਲੋਕ ਤੋਂ ਅਗਲਾ ਲੋਕ ਸੰਸਾਰ ਜਿਹੜਾ ਮਤਲਬ ਉਹ ਉਹਦੇ ਚ ਪਹੁੰਚ ਜਾਂਦਾ। ਕਾਮ ਕ੍ਰੋਧ ਵਿਖ ਕਾਢੀ ਲੈ ਮਾਰ, ਹਨਾ। ਫਿਰ ਉਹਦੇ ਜਿਹੜੇ ਕਾਮ ਕ੍ਰੋਧ, ਦੇਖੋ ਕਿੱਥੇ ਜਾ ਕੇ ਨਿਕਲੇ, ਕਾਮ ਕ੍ਰੋਧ ਦੀ ਜ਼ਹਿਰ ਹੈ ਜਿਹੜੀ ਵਿਖ ਹੈ ਜਿਹੜਾ ਇਹ, ਉਹ ਫਿਰ ਉੱਥੇ ਜਾ ਕੇ ਸਿਮਰਨ ਦੇ ਰਾਹੀਂ, ਮਤਲਬ ਸਾਰੇ ਦੱਸ ਰਹੇ ਨੇ ਕਿ ਵੀ ਉਹ ਜਿੱਦਾਂ ਦੀਵਾ ਤੇਰੇ ਅੰਦਰ ਗਿਆਨ ਦਾ ਬਲੇਗਾ, ਸਿਮਰਨ ਤੂੰ ਕਰੇਗਾ, ਨਿਤ ਕਰਦਾ ਜਾਏਗਾ ਤਾਂ ਫਿਰ ਉਹ ਸਾਰਾ ਜਿਹੜਾ ਤੇਰੇ ਅੰਦਰੋਂ ਇਹ ਉਹ ਮਤਲਬ ਸਾਰੇ ਅੰਦਰੋਂ ਜ਼ਹਿਰ ਨੂੰ ਉਹ ਮਾਰ ਕੇ ਪ੍ਰਮਾਤਮਾ ਨੇ ਉਹ ਸਾਰੇ ਉਹ ਜਿਹੜਾ ਇਹ ਸਿਮਰਨ ਨੇ ਤੁਹਾਡਾ ਉਹ ਸਾਰਾ ਕੁਛ ਕੱਢ ਦੇਣਾ, ਹੈ ਨਾ ਜੀ। ਤੇ ਅੱਗੇ ਹੋਰ, ਹਾਂਜੀ ਹਾਂ, ਅੱਗੇ ਜੀ ਜੇ ਸਿਮਰਨ ਤੇਰੀ ਗਤ ਹੋਏ, ਕਹਿੰਦੇ ਜਿਹੜੇ ਸਿਮਰਨ ਦੀ ਬਰਕਤ ਨਾਲ ਤੇਰੀ ਇਹ ਅਵਸਥਾ ਬਣੀ ਹੈ, ਉਸ ਨੂੰ ਕਹਿੰਦੇ ਤੂੰ ਵਿਸਾਰ ਨਾ ਦੇਈਂ ਕਿਤੇ, ਹੁਣ ਤੂੰ ਉਹ ਤੋਂ ਬਣਿਆ ਰਹੀ, ਉਹ ਤੋਂ ਭੱਜੀ ਨਾ ਹੁਣ ਤੂੰ ਮੈਦਾਨ ਛੱਡ ਕੇ, ਹੈ ਨਾ ਜੀ। ਉਹ ਜਿਵੇਂ ਕਬੀਰ ਸਾਹਿਬ ਕਹਿੰਦੇ ਕਿ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਹੈ ਨਾ ਜੀ। ਤੋ ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਗੋਦਾਓ। ਉਹ ਫਿਰ ਕਹਿੰਦੇ ਵੀ ਉਹ ਦੇਖੋ ਹੁਣ ਤੇਰਾ ਜੂਝਣ ਦਾ ਟਾਈਮ ਹੈ, ਹੁਣ ਤੂੰ ਲੱਗਿਆ ਰਹਿ ਉੱਥੇ, ਤੂੰ ਬਣਿਆ ਤਾਂ ਬਣਿਆ ਰਹੀ, ਹੈ ਨਾ ਜੀ। ਤੇ ਫਿਰ ਉਹ ਕਹਿੰਦੇ ਫਿਰ ਉਹ ਸੂਰੇ ਵਾਂਗੂ ਮਤਲਬ ਚੱਲੇਗਾ ਤੂੰ, ਕੋਈ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਪੁਰਜਾ ਕੱਟ ਮਰੇ ਕਬੂ ਨਾ ਛੱਡ ਕੇ। ਮਾਲਕਾ ਮੈਂ ਨਹੀਂ ਹੁਣੇ ਤੇਰਾ ਦਰ ਛੱਡਦਾ, ਇੱਥੇ ਹੁਣ ਬਹਿ ਗਿਆ ਮੈਂ ਤਾਂ ਹੁਣ ਤੇਰੇ ਅਖੀਰ ਤੇ ਪਹੁੰਚ ਕੇ ਤੇਰੇ ਮਾਲਕਾ ਤੂੰ ਕਿਰਪਾ ਕਰ, ਮੇਰੇ ਤਾਂ ਬਸ ਦੀ ਗੱਲ ਨਹੀਂ, ਮੈਨੂੰ ਹੁਣ ਤੇਰੀ ਤੂੰ ਹੀ ਜੰਨੀ ਇੰਨੀ ਬਖਸ਼ਿਸ਼ ਕੀਤੀ ਹੈ ਸਿਮਰਨ ਦੀ, ਤਾਂ ਇੰਨੇ ਸਾਰੇ ਕੁਛ ਕਰਨ ਦੇ ਬਾਅਦ ਮੇਰਾ ਹੁਣ ਇਹ ਵੀ ਤੂੰ ਮੇਰੇ, ਉਹ ਕਹਿੰਦੇ ਤੂੰ ਇਹਨੂੰ ਕੰਠ ਨਾਲ ਪਰੋ ਕੇ ਰੱਖੀ, ਫਿਰ ਇਹਨੂੰ ਉਤਾਰ ਹੀ ਨਾ ਅੰਦਰੋਂ, ਮਤਲਬ ਜਿਹੜਾ ਅੰਦਰੋਂ ਜਿੱਥੇ ਇਹਨੂੰ ਐਸਾ ਰੱਖੀ ਕਿ ਇਹਨੂੰ ਸਾਂਭ ਕੇ ਰੱਖੀ ਵੀ ਇਹਨੂੰ ਅੰਦਰ ਕਿ ਇਹ ਤੋਂ ਬਿਨਾਂ ਤੇਰਾ ਕੋਈ ਹੋਰ ਤੈਨੂੰ ਕੋਈ ਹੋਰ ਚੰਗੀ ਨਹੀਂ ਲੱਗਣੀ, ਉਹ ਆਟੋਮੈਟਿਕਲੀ ਹੋਣਾ। ਵੈਸੇ ਚਲੋ ਫਿਰ ਵੀ ਕਬੀਰ ਸਾਹਿਬ ਕਹਿੰਦੇ ਅੱਗੇ ਕਹਿੰਦੇ ਗੁਰ ਪ੍ਰਸਾਦੀ ਉਤਰੇ ਵਰਤੇ, ਹੋਣਾ ਕਿਵੇਂ ਹੈ, ਇਹ ਗੁਰੂ ਦਾ ਪ੍ਰਸਾਦ ਹੈ। ਜਿਹੜੇ ਬ੍ਰਹਮ ਗਿਆਨੀਆਂ ਨੇ ਤੁਹਾਨੂੰ, ਉਹਨਾਂ ਨੇ ਜਿਨ੍ਹਾਂ ਨੂੰ ਇਹ ਜਿਹੜੇ ਤੁਹਾਡੇ ਤੋਂ ਅੱਗੇ ਨੇ, ਗੁਰੂ ਕੀ ਹੈ, ਬ੍ਰਹਮ ਗਿਆਨੀ ਕੀ ਹੈ, ਕਿ ਤੁਹਾਡੇ ਤੋਂ ਉੱਪਰ ਹੈ, ਇੱਕ ਸਟੈਪ ਅੱਗੇ। ਗੁਰੂ ਉਹ ਅਵਸਥਾ ਹੈ ਜਿਹੜੀ ਤੁਹਾਡੇ ਤੋਂ ਇੱਕ ਸਟੈਪ ਅੱਗੇ ਹੈ, ਜਿੱਦਾਂ ਤੁਸੀਂ ਉਹਦੇ ਪਿੱਛੇ ਤੁਹਾਨੂੰ ਉਹ ਲੈ ਕੇ ਜਾਏਗਾ, ਤੁਸੀਂ ਕਰਦੇ ਜਾਓ ਤੇ ਫਿਰ ਉਹਦਾ ਪ੍ਰਸਾਦ ਮਿਲੇਗਾ ਤੁਹਾਨੂੰ। ਤੇ ਉਹ ਜਿਹੜਾ ਹੈਗਾ ਫਿਰ ਤੁਹਾਨੂੰ ਉਹ ਪਾਰ ਜਿਹੜਾ ਉਤਾਰਾ ਤੁਹਾਡਾ, ਉਹ ਜਿਹੜਾ ਪਰਮਾਨੈਂਟ ਉਹਦੀ ਮਿਹਰ ਦੇ ਨਾਲ ਸਾਰਾ ਸੰਸਾਰ ਸਮੁੰਦਰ ਚੋਂ ਤੁਸੀਂ ਪਾਰ ਲੰਘ ਜਾਓਗੇ। ਠੀਕ ਹੈ ਵੀਰ ਜੀ। ਗੁਰ ਪ੍ਰਸਾਦੀ ਉਤਰੇ ਪਾਰ, ਗੁਰੂ ਦਾ ਪ੍ਰਸਾਦ ਤਾਂ ਆਪਾਂ ਨੂੰ ਮਿਲ ਰਿਹਾ ਭਾਈ, ਆਹ ਹੀ ਗੁਰੂ ਦਾ ਪ੍ਰਸਾਦ ਹੈਗਾ, ਗਿਆਨ ਹੈਗਾ ਗੁਰੂ ਦਾ ਪ੍ਰਸਾਦ। ਹੁਣ ਇਹ ਗਿਆਨ ਨੂੰ ਜੇ ਆਪਾਂ ਗਿਆਨ ਨੂੰ ਜਿਹੜਾ ਹੈਗਾ ਇਹਨੂੰ ਆਪਾਂ ਗਿਆਨ ਦੇ ਅਨੁਸਾਰ ਚੱਲ ਪਾਵਾਂਗੇ, ਹਾਂ ਬਸ, ਤੇ ਤਾਂ ਉਤਰਾਂਗੇ ਪਾਰ। ਗੁਰ ਪ੍ਰਸਾਦੀ ਉਤਰੇ ਪਾਰ ਜਹ ਸਿਮਰਨ। ਸੁਖਵਿੰਦਰ ਜੀ ਤੁਸੀਂ ਨਾ ਬਰੀਫ ਕਰ ਦਿਆ ਕਰੋ, ਕਿਉਂਕਿ ਇਹਦੇ ਬੰਦ ਬਹੁਤ ਜ਼ਿਆਦਾ ਹੈ, ਸਮਾਂ ਬਹੁਤ ਹੋ ਜਾਏਗਾ ਫਿਰ। ਠੀਕ ਹੈ ਜੀ। ਹਾਂ ਜਹ ਸਿਮਰਨ ਨਾਹੀ ਤੋਹੇ ਕਾਨ ਮੰਦਰ ਸੋਵੇਂ ਪਟੰਬਰ ਤਾਨ। ਜਹ ਸਿਮਰਨ ਨਾਹੀ ਤੋਹੇ ਕਾਨ ਕੀ ਚੀਜ਼ ਹੈ ਬਈ? ਹੁਣ ਆਪਾਂ ਨੂੰ ਜਿਹੜੀ ਹੈਗੀ ਇਹ ਕਾਮ ਕ੍ਰੋਧ ਲੋਭ ਓਂਕਾਰ, ਇਹ ਕਾਣ ਹੈ ਇਹਨਾਂ ਦੀ, ਇਹ ਟੈਕਸ ਲੈਂਦੇ ਸਵਾਸ, ਇਹ ਤਾਂ 70-80% ਇਹ ਮੈਕਸੀਮਮ ਕਾਣ ਲੈ ਜਾਂਦੇ ਆ ਭਾਈ, ਆਪਣੇ ਸਵਾਸਾਂ ਦਾ ਸਾਰਾ ਮੂਲ ਹੀ ਲੈ ਜਾਂਦੇ ਆ ਇਹ। ਜੇ ਸਿਮਰਨ ਨਾਹੀ ਤੋਹੇ ਕਾਨ ਮੰਦਰ ਸੋਵੇਂ ਪਟੰਬਰ ਤਾਨ। ਸੋਣਾ ਕੀ ਆ? ਸੋਣਾ ਹੈਗਾ ਮਾਇਆ ਤੋਂ, ਵਿਚਾਰਾਂ ਤੋਂ,
ਕਹਿੰਦੇ ਨਹੀਂ ਤੈਨੂੰ ਤੰਗ ਕਰਨਗੇ, ਨਹੀਂ ਤੈਨੂੰ ਜਿਹੜੇ ਹੈਗੇ ਮਾਇਆ ਦੇ ਵਿੱਚ ਮਾਇਆ ਜਗਾ ਕੇ ਰੱਖੇਗੀ ਔਰ ਤੈਨੂੰ ਧਿਆਨ ਵੱਲੋਂ ਸੁਲਾ ਕੇ ਰੱਖੇਗੀ। ਧਿਆਨ ਵੱਲ ਆਪਾਂ ਜਾਣ ਹੀ ਨਹੀਂ ਦਿੰਦੇ। ਮਾਇਆ ਜਿਹੜੀ ਇੱਧਰ ਹੀ ਆਪਾਂ ਨੂੰ ਜਗਾ ਕੇ ਰੱਖਦੀ ਆ। ਕਹਿੰਦੇ ਮੰਦਰ ਘਰ ਦੇ ਅੰਦਰ ਜਿਹੜਾ ਹੈਗਾ ਜਿਹੜੇ ਵਿਚਾਰ ਮੁਕਤ ਅਵਸਥਾ ਆ ਜਾਏਗੀ। ਮੰਦਰ ਸੋਵੇਂ ਪਟੰਬਰ ਤਾਨ ਸੇ ਸੁਖਾਲੀ ਬਿਕਸੈ ਜਿਓ, ਐਸੀ ਸੇਜਾ ਮਿਲ ਜਾਏਗੀ ਸੁਖ ਵਾਲੀ, ਤੇ ਤੇਰਾ ਜੀਓ ਜਿਹੜਾ ਹੈਗਾ ਵਿਕਾਸ ਦੇ ਵਿੱਚ ਆ ਜਾਏਗਾ, ਖੁਸ਼ੀ ਖੇੜੇ ਦੇ ਵਿੱਚ ਆ ਜਾਏਗਾ। ਸੋ ਸਿਮਰਨ ਤੂੰ ਅਨਦਿਨ ਪੀਓ। ਲਓ ਹੁਣ ਇੱਥੇ ਜਿਹੜਾ ਸਿਮਰਨ ਤੋਂ ਜਿਹੜਾ ਹੈਗਾ ਹੁਣ ਉਹਨਾਂ ਨੇ ਕਬੀਰ ਜੀ ਨੇ ਜਿਹੜਾ ਹੈਗਾ ਉਹ ਨਾਮ ਦੀ ਬੂੰਦ ਵੀ, ਅੰਮ੍ਰਿਤ ਦੀ ਬੂੰਦ ਵੀ ਦੇ ਦਿੱਤੀ ਭਾਈ। ਪੀਣ ਵਾਲੀ ਗੱਲ ਕਹਿੰਦੇ ਹੁਣ। ਸੋ ਸਿਮਰਨ ਤੂੰ ਅਨਦਿਨ ਪੀਓ, ਜੇ ਸਿਮਰਨ ਤੇਰੀ ਜਾਹੇ ਬਲਾਏ। ਬਲਾ ਕੀ ਹੈਗੀ? ਮਾਇਆ। ਇਹ ਜੋ ਚੋਗਾ ਪਾਇਆ, ਜੋ ਰਸਕਸ, ਜੋ ਆਪਾਂ ਨੂੰ ਜਿਹੜਾ ਹੈਗਾ ਜਿਸ ਤਰ੍ਹਾਂ ਮੱਛੀ ਵਾਂਗੂ ਜਿਹੜੇ ਹੈਗੇ ਆਪਾਂ ਫਸ ਜਾਂਦੇ ਹਾਂ ਜਾ ਕੇ, ਇਹ ਬਲਾ ਕਹਿੰਦੇ ਤੇਰੀ ਜਿਹੜੀ ਚਿੰਬੜੀ ਹੋਈ ਆ, ਤੈਨੂੰ ਜਨਮਾਂ ਦੀ ਚਿੰਬੜੀ ਹੋਈ ਆ, ਇਹ ਬਲਾ ਦੂਰ ਹੋ ਜਾਏਗੀ ਭਾਈ। ਜੇ ਸਿਮਰਨ ਤੁਝ ਪੋਹੇ ਨਾ ਮਾਏ, ਇਹ ਮਾਏ ਤੈਨੂੰ ਟੱਚ ਨਹੀਂ ਕਰ ਸਕੇਗੀ, ਇਹਦੇ ਉੱਪਰ ਤਰੇਗਾ, ਇਹ ਤੇਰੇ ਅਧੀਨ ਹੋ ਜਾਏਗੀ। ਸਿਮਰ ਸਿਮਰ ਹਰ ਹਰ ਮਨ ਗਾਈਏ। ਗਾਈਏ ਕੀ ਹੈਗਾ? ਬਸ ਕਹਿੰਦੇ ਹੁਣ ਤੈਨੂੰ ਸਵਾਦ ਆ ਗਿਆ ਤੇ ਹੁਣ ਜਿਹੜਾ ਹੈਗਾ ਕੋਈ ਰੋਕ ਨਹੀਂ ਸਕਦਾ, ਹੁਣ ਤੂੰ ਰੁਕ ਹੀ ਨਹੀਂ ਸਕਦਾ। ਬਾਰ ਤੇਰੇ ਮਨ ਨੇ ਕਹਿਣਾ ਹੈ। ਮਨ ਐਸਾ ਹੈ ਕਿ ਮਨ ਨੂੰ ਤਾਂ ਸਵਾਦ ਚਾਹੀਦਾ ਭਾਈ। ਜਦ ਆਹ ਸਵਾਦ ਆ ਗਿਆ, ਜਦ ਇੱਕ ਛੋਟਾ ਖਿਡੌਣੇ ਦੀ ਜਗ੍ਹਾ ਵੱਡੀ ਚੀਜ਼ ਮਿਲ ਗਈ ਮਨ ਨੂੰ ਤਾਂ ਹੁਣ ਜਿਹੜਾ ਹੈਗਾ ਇਹ ਪਹਿਲਾਂ ਜਿਹੜਾ ਕੱਚ ਦੇ ਨਾਲ ਹੀ ਜਿਹੜਾ ਹੈਗਾ ਇਹ ਜਿਹੜਾ ਹੈਗਾ ਲੱਗਿਆ ਰਹਿੰਦਾ ਸੀਗਾ, ਹੁਣ ਇਹਨੂੰ ਜਿਹੜਾ ਹੈਗਾ ਹੀਰਾ ਲੱਭ ਗਿਆ। ਜੇ ਸਿਮਰਨ ਤੁਝ ਪੋਹੇ ਨਾ ਮਾਏ, ਸਿਮਰ ਸਿਮਰ ਹਰ ਹਰ ਮਨ ਗਾਈਏ। ਆਟੋਮੈਟਿਕਲੀ ਇਹਨੇ ਜਿਹੜਾ ਹੈਗਾ ਖੁਸ਼ੀ ਦੇ ਨਾਲ ਜਿਹੜਾ ਹੈਗਾ ਇਹ ਬਾਰ ਧਿਆਨ ਦੇ ਵਿੱਚ ਜਾਣਾ ਹੈ। ਇਹ ਸਿਮਰਨ ਸਤਿਗੁਰ ਤੇ ਪਾਈਏ। ਆਹ ਚੀਜ਼ ਹੈਗੀ ਭਾਈ, ਇਹ ਸਿਮਰਨ ਮਿਲਣਾ ਹੈ ਸਤਿਗੁਰੂ ਤੋਂ। ਜੇ ਆਪਾਂ ਸਤਿਗੁਰੂ ਦਾ ਗਿਆਨ ਲੈ ਲਾਂਗੇ, ਜੇ ਬ੍ਰਹਮ ਗਿਆਨ ਲੈ ਲਾਂਗੇ ਤੇ ਆ ਜਿਹੜਾ ਹੈਗਾ ਨੈਕਸਟ ਸਟੈਪ ਪ੍ਰੈਕਟੀਕਲ ਜੋ ਹੈ ਆਪਣਾ ਇਹ ਕਰ ਲਾਂਗੇ। ਇਹ ਸਿਮਰਨ ਸਤਿਗੁਰ ਤੇ ਪਾਈਏ। ਸਦਾ ਸਿਮਰ ਦਿਨ ਰਾਤ। ਮੈਕਸੀਮਮ ਕਹਿੰਦੇ ਆ ਕੰਮ ਹੈਗਾ ਭਾਈ, ਮੈਕਸੀਮਮ ਕੰਮ ਹੈਗਾ ਤੇਰੇ ਕੋਲ 24 ਘੰਟੇ ਹੈਗੇ ਆ। ਮੈਕਸੀਮਮ ਜਿਹੜਾ ਹੈਗਾ ਸਭ ਤੋਂ ਟਾਪ ਪ੍ਰਾਇੋਰਟੀ ਦੇ ਉੱਤੇ ਇਸ ਕੰਮ ਨੂੰ ਦੇ। ਸਦਾ ਸਿਮਰ ਦਿਨ ਰਾਤ, ਉਠਤ ਬੈਠਤ ਸਾਸ ਗਿਰਾਸ। ਖਾਂਦੇ ਪੀਂਦੇ ਕਹਿੰਦੇ ਆ, ਉੱਠਦੇ ਬੈਠਦੇ, ਬਸ ਕਿਉਂਕਿ ਇਹ ਤਾਂ ਆਟੋਮੈਟਿਕਲੀ ਆ ਜਾਣਾ ਹੈ। ਬਾਕੀ ਕੰਮ ਜਿਹੜੇ ਹੈਗੇ ਆਪਾਂ ਨੇ ਬਾਕੀ ਜਿਹੜੇ ਆਟੋ ਤੇ ਆ ਜਾਣੇ ਆ, ਔਰ ਇਹ ਸਿਮਰਨ ਵੱਲ ਨੂੰ ਆਪਾਂ ਨੇ ਜਿਹੜਾ ਹੈਗਾ ਇਹ ਇੱਧਰ ਨੂੰ ਸੁਰਤ ਸਿਮਰਨ ਦੇ ਵਿੱਚ ਜੁੜ ਜਾਣੀ। ਜਾਗ ਸੋਏ ਸਿਮਰਨ ਰਸ ਭੋਗ। ਜਾਗਦੇ ਹੋਏ ਸੌਂਦੇ ਹੋਏ ਉਹ ਅੰਮ੍ਰਿਤ ਜਿਹੜਾ ਹੈਗਾ ਉਹਦਾ ਰਸ ਕਹਿੰਦੇ ਭੋਗ। ਹਰ ਸਿਮਰਨ ਪਾਈਏ ਸੰਜੋਗ। ਸਭ ਤੋਂ ਉੱਚੇ ਭਾਗ ਆ, ਸਭ ਤੋਂ ਵਧੀਆ ਸੰਜੋਗ ਹੈਗਾ ਜਿਹੜਾ ਇਹ ਪਰਮਾਤਮਾ ਦਾ ਸਿਮਰਨ ਮਿਲ ਗਿਆ। ਇਹਦੇ ਵਾਸਤੇ ਮਾਲਕ ਪਰਮਾਤਮਾ ਨੇ ਜਿਹੜਾ ਹੈਗਾ ਇਹ ਸੰਸਾਰ ਦੀ ਰਚਨਾ ਕੀਤੀ ਹੈ। ਆਹੀ ਪੌੜੀ ਹੈਗੀ ਆ ਮਨੁੱਖਾ ਜੂਨ, ਇਸ ਤੋਂ ਉੱਪਰ ਆਹੀ ਹੈਗਾ ਭਾਈ। ਜਾਂ ਵਾਪਸ ਥੱਲੇ ਨੂੰ ਚਲੋ, ਜਾਂ ਫਿਰ ਉੱਪਰ ਉਸ ਪੌੜੀ ਤੇ ਆਪਾਂ ਠਹਿਰ ਨਹੀਂ ਸਕਦੇ। ਉਸ ਪੌੜੀ ਤੇ ਜਿੰਨੇ ਕੁ ਸਵਾਸ ਹੈ ਉਨੀ ਦੇਰ ਰੁਕਾਂਗੇ। ਆਪਸ਼ਨ 2 ਹੈਗੇ, ਉੱਪਰ ਨੂੰ ਚੱਲੋ ਜਾਂ ਥੱਲੇ ਨੂੰ ਜਾਓ। ਜੇ ਸਿਮਰਨ ਨਾ ਹੀ ਤੁਝ ਭਾਰ। ਇਸ ਸਿਮਰਨ ਦੇ ਨਾਲ ਕੋਈ ਭਾਰ ਨਹੀਂ ਹੈ। ਪਿਛਲਾ ਭਾਰ ਵੀ ਲੈ ਜਾਊਗਾ, ਗਾਹਾਂ ਅੱਗੇ ਜਿਹੜਾ ਹੈਗਾ ਅੱਗੇ ਵੀ ਆਪਣੇ ਜਿਹੜੇ ਹੈਗੇ ਨਹੀਂ ਸੰਸਕਾਰ ਬਣਨਗੇ। ਸੋ ਸਿਮਰਨ ਰਾਮ ਨਾਮ ਆਧਾਰ। ਆਇਆ ਭਾਈ ਪਰਮੇਸ਼ਰ ਦਾ ਰਾਮ ਦਾ ਨਾਮ, ਉਹ ਨਾਮ ਜਿਹੜਾ ਅੰਮ੍ਰਿਤ ਰਸ, ਅੰਮ੍ਰਿਤ ਪਦਾਰਥ, ਨਾਮ ਪਦਾਰਥ, ਉਹਦਾ ਆਧਾਰ, ਇਹ ਆਧਾਰ ਹੈ ਇਨਸਾਨ ਦਾ। ਕਹਿ ਕਬੀਰ ਜਾਂ ਕਾ ਨਹੀਂ ਅੰਤ, ਤਿਸਕੇ ਆਗੇ ਤੰਤ ਨਾ ਮੰਤ। ਕਹਿ ਕਬੀਰ ਜਾਂ ਕਾ ਨਹੀਂ ਅੰਤ। ਉਸ ਮਾਲਕ ਪਰਮਾਤਮਾ ਦਾ ਕੋਈ ਅੰਤ ਨਹੀਂ ਹੈਗਾ, ਉਹ ਬੇਅੰਤ ਹੈਗਾ ਮਾਲਕ ਪਰਮਾਤਮਾ, ਅਪਾਰ। ਤਿਸਕੇ ਆਗੇ ਤੰਤ ਨਾ ਮੰਤ।
ਉਸ ਮਾਲਕ ਪਰਮਾਤਮਾ ਨੂੰ ਪਾਉਣ ਦੇ ਵਾਸਤੇ, ਮਾਲਕ ਪਰਮਾਤਮਾ ਦੀ ਨੇੜਤਾ ਪ੍ਰਾਪਤ ਕਰਨ ਵਾਸਤੇ ਹੋਰ ਕੋਈ ਦੁਨੀਆ ਦਾ ਤੰਤਰ ਮੰਤਰ ਨਹੀਂ ਕੰਮ ਕਰਦਾ ਇਸ ਸਿਮਰਨ ਤੋਂ ਇਲਾਵਾ। ਕਹੇ ਕਬੀਰ ਜਾਂ ਕਾ ਨਹੀਂ ਅੰਤ, ਤਿਸ ਕੇ ਆਗੇ ਤੰਤ ਨਾ ਮੰਤ। ਹਾਂਜੀ ਸੁਖਵਿੰਦਰ ਜੀ। ਹਾਂਜੀ ਨਿੱਜੂ ਸਾਹਿਬ, ਮੇਰੇ ਖਿਆਲ ਇਹ ਸ਼ਬਦ ਇੱਥੇ ਸਮਾਪਤ। ਹਾਂਜੀ ਹਾਂਜੀ ਬਿਲਕੁਲ, ਹਾਂਜੀ ਹੁਣ ਬਰੀਫ ਕਰ ਦਿਓ ਇਹਨੂੰ। ਹਾਂਜੀ ਬਸ ਠੀਕ ਹੈ ਜੀ, ਕੋਈ ਗੱਲ ਨਹੀਂ। ਅਸੀਂ ਕਹਿੰਦੇ ਜੀ ਵੀ ਉਹ ਸਿਮਰਨ ਦੀ ਸਾਰੀ ਉਹ ਵਿਆਖਿਆ ਦੱਸ ਰਹੇ ਨੇ, ਸਾਰੀ ਅੱਜ ਦਾ ਜਿਹੜਾ ਵਿਚਾਰ ਹੈ ਸਿਮਰਨ ਦੇ ਆਲੇ ਦੁਆਲੇ ਘੁੰਮ ਰਿਹਾ। ਉਹ ਕਹਿੰਦੇ ਵੀ ਇਹਦੇ ਨਾਲ ਤੈਨੂੰ ਕੋਈ ਕਿਸੇ ਦੀ ਕੋਈ ਮੁਹਤਾਜੀ ਨਹੀਂ ਸਹਿਣੀ ਪਏਗੀ। ਜਿੱਦਾਂ ਤੂੰ ਸਿਮਰਨ ਕਰਦਾ ਜਾਏਗਾ ਤੇ ਫਿਰ ਤੂੰ ਏਦਾਂ ਸੋਏਗਾ ਜਿਵੇਂ ਮਤਲਬ ਉਹ ਜਿਵੇਂ ਲੰਮੀਆਂ ਤਾਣ ਕੇ ਸੌਂ, ਮਤਲਬ ਜਿਵੇਂ ਕਹਿੰਦੇ ਨੇ ਵੀ ਉਹ ਫਿਰ ਤੂੰ ਏਦਾਂ ਪਿਆ ਰਹੇਗਾ ਬੇਫਿਕਰ ਹੋ ਕੇ, ਕੋਈ ਤੇ ਨਾਲ ਜਿਹੜੀ ਤੇਰੀ ਸੇਜ ਹੈ, ਜਿਹੜੀ ਉਹ ਤੇਰਾ ਜਿਹੜਾ ਹਿਰਦਾ ਤੇਰਾ ਅੰਦਰ ਹਿਰਦਾ ਕਮਲ ਹੈ ਜਿਹੜਾ ਉਹ ਖਿੜਿਆ ਰਹੂਗਾ ਹਰ ਵੇਲੇ। ਤੂੰ ਜਿਹੜਾ ਉਹ ਨਾਲ ਤੂੰ ਰੋਜ਼ ਪੀਂਦਾ ਰਹੇਗਾ, ਹਰ ਵੇਲੇ ਪੀਂਦਾ ਰਹੇਗਾ। ਐਸਾ ਸਿਮਰਨ ਦੀ ਉਹਦੀ ਜਿਹੜੀ ਖਿੱਚ ਹੈ ਉਹ ਬਣੀ ਰਹੂਗੀ। ਅੰਮ੍ਰਿਤ ਦੀ ਜਿਹੜੀ ਉਹ ਬੂੰਦ ਜਿਹੜੀ ਆਣੀ ਸ਼ੁਰੂ ਹੋ ਜਾਏਗੀ, ਉਹ ਐਸੀ ਖਿੱਚ ਹੋ ਜਾਏਗੀ ਤੇ ਫਿਰ ਤੇਰੀ ਜਿਵੇਂ ਕਹਿੰਦੇ ਨੇ, ਉਹ ਕਹਿੰਦੇ ਤੇਰਾ ਸਾਰਾ ਕੋਈ ਆਤਮਿਕ ਰੋਗ ਨਹੀਂ ਰਹੂਗਾ ਕੋਈ, ਜਿਹਦੇ ਨਾਲ ਤੇਰੀ ਸਾਰੀਆਂ ਬਲਾਵਾਂ ਜਿਹੜੀਆਂ ਨੇ ਉਹ ਕੱਟੀਆਂ ਜਾਣੀਆਂ। ਨਾ ਕੋਈ ਤੈਨੂੰ ਕੋਈ ਮਾਇਆ ਦੀ ਖਿੱਚ ਤੈਨੂੰ ਪਰੇਸ਼ਾਨ ਕਰ ਸਕਦੀ ਹੈ। ਫਿਰ ਤੂੰ ਕਮਲ ਦੇ ਵਾਂਗੂ ਅਲੇਪ ਜਿੱਦਾਂ ਹੁੰਦਾ ਨਾ ਜੀ, ਉਦਾਂ ਤੂੰ ਰਹੇਗਾ। ਤੂੰ ਸੰਸਾਰ ਦੇ ਵਿੱਚ ਵੀ ਰਹੇਗਾ ਪਰ ਤੂੰ ਆਪਣੇ ਆਨੰਦ ਚ ਬਣਿਆ ਰਹੇਗਾ। ਤੈਨੂੰ ਕੋਈ ਕਿਸੇ ਨਾਲ ਕੋਈ ਤੈਨੂੰ ਏਦਾਂ ਨਹੀਂ ਕੋਈ ਤੈਨੂੰ ਜਿਹੜਾ ਤੈਨੂੰ ਕੋਈ ਗਿਰਾ ਸਕੇ ਉੱਥੋਂ, ਹਨਾ। ਤੇ ਉਹ ਸਿਮਰਨ ਕਹਿੰਦੇ ਫਿਰ ਸਿਮਰ ਕਹਿੰਦੇ ਹਰ ਮਨ ਗਾਈਆ, ਉਹ ਕਹਿੰਦੇ ਹਰ ਵੇਲੇ ਕਰਦੇ ਰਹੋ। ਇਹ ਕਿੱਥੋਂ ਮਿਲਣਾ ਹੈ ਸਾਰਾ ਸਿਮਰਨ? ਇਹ ਬ੍ਰਹਮ ਗਿਆਨੀਆਂ ਤੋਂ, ਸਤਿਗੁਰੂ ਤੋਂ ਮਿਲਣਾ ਹੈ। ਜੋ ਸਾਨੂੰ ਇਹ ਜੋ ਅਸੀਂ ਆਪ ਕਰ ਰਹੇ ਹਾਂ, ਬ੍ਰਹਮ ਗਿਆਨੀ ਜਿਹੜੇ ਕਬੀਰ ਸਾਹਿਬ ਨੇ ਜਾਂ ਜਿੰਨੇ ਵੀ ਸਾਡੇ ਤੋਂ ਅੱਗੇ ਹੈਗੇ ਆ ਸਾਰੇ, ਉਹ ਸਾਨੂੰ ਦੱਸਦੇ ਨੇ, ਖੋਲ ਰਹੇ ਨੇ ਆਪਣੇ ਨਿੱਜੀ ਅਨੁਭਵਾਂ ਦੇ ਨਾਲ। ਉਹ ਉਹਨਾਂ ਤੋਂ ਮਿਲਣਾ ਤੈਨੂੰ। ਉਹ ਉਹਨਾਂ ਦੀ ਨੇ ਆਪਣੇ ਦੱਸਣਗੇ ਸਿਫਤਲਾ ਜਿੱਦਾਂ ਤੂੰ ਕਰੇਗਾ, ਉਹ ਅੱਗੇ ਫਿਰ ਤੁਹਾਨੂੰ ਪਰਮਾਤਮਾ ਦੀ ਜੋ ਸਿਫਤਲਾ ਦੱਸਣ ਦਾ ਤਰੀਕਾ ਦੱਸਣਗੇ, ਉਸ ਤਰ੍ਹਾਂ ਉਹ ਤੁਹਾਨੂੰ ਮਿਲਦਾ ਜਾਣਾ ਹੈ। ਤੇ ਫਿਰ ਕਹਿੰਦੇ ਮਤਲਬ ਉਹ ਜਿਹੜਾ ਦਿਨ ਰਾਤ ਕਰਨਾ ਹੈ, ਉੱਠਤ ਬੈਠਤ ਸੋਵਤ ਜਾਗਤ, ਇਹ ਮਨ ਤੁਝੇ ਚਿਤਾਰੇ ਵਾਲੀ ਅਵਸਥਾ ਦੱਸ ਰਹੇ ਨੇ। ਤੇ ਉਹ ਕਰੇ ਕਿ ਉੱਠਤ ਬੈਠ ਸਾਸ ਗਿਰਾਸ, ਤੇ ਇਹ ਜਿਹੜਾ ਹੈਗਾ ਉਹ ਇਹਦੇ ਨਾਲ ਜਿਹੜਾ ਇਹ ਹੋਣਾ, ਇਹ ਕੀ ਹੈ? ਸਿਮਰਨ ਰਸ ਭੋਗ। ਇਹਦੇ ਨਾਲ ਜਾਗ ਸੋਏ ਸੁੱਤਿਆਂ ਦਾ ਵੀ, ਤੂੰ ਸੁੱਤੇ ਜਾਗਦੇ ਤੈਨੂੰ ਐਸਾ ਰਸ ਬਣਿਆ ਹੀ ਰਹਿਣਾ ਹੈ ਨਾ ਜੀ। ਉਹ ਕਹਿੰਦੇ ਫਿਰ ਸਾਹ ਲੈਂਦੇ ਸੁੱਤਿਆਂ ਜਾਗਦਿਆਂ ਸਾਰੇ ਤੇਰਾ ਜਿਹੜਾ ਮਿਲਣਾ ਕੀ ਹੈ? ਭਾਗਾਂ ਨਾਲ। ਭਾਗ ਆਪਾਂ ਬਣਾ ਰਹੇ ਹਾਂ, ਜੋ ਇਹ ਗਿਆਨ ਲੈ ਕੇ ਕਮਾ ਰਹੇ ਭਾਗ ਬਣਾ ਰਹੇ ਆ। ਕੁਛ ਪੁਰਾਣੇ ਭਾਗ ਹੈ ਉਹ ਮਿਲ ਮਿਲਾ ਕੇ ਸਾਨੂੰ ਸੰਜੋਗ ਬਣੇ ਹੈ। ਸੁਖਵਿੰਦਰ ਜੀ, ਇਹ ਨਾ ਇਸ ਤਰ੍ਹਾਂ ਹੈਗਾ ਕਿ ਇਹ ਨਾ ਆਪਾਂ ਹੁਣ ਜਿਹੜਾ ਹੈਗੇ ਸਿਮਰਨ ਕਰ ਰਹੇ ਹਾਂ ਤੇ ਪਰਮਾਤਮਾ ਨੂੰ ਸਮਰਨ ਕਰ ਰਹੇ ਹਾਂ, ਤੇ ਬਾਅਦ ਵਿੱਚ ਜਿਹੜਾ ਹੈਗਾ ਐਸਾ ਧਿਆਨ ਲੱਗ ਜਾਣਾ ਹੈ ਕਿ ਫਿਰ ਆਪਾਂ ਇਹਨੂੰ ਤੋੜਨਾ ਚਾਹੀਏ ਵੀ ਤਾਂ ਵੀ ਨਹੀਂ ਟੁੱਟੂਗਾ। ਹਾਂਜੀ ਸਹੀ ਹੈ ਜੀ। ਤੋੜੀ ਨਾ ਟੁੱਟੇ ਜੋਰੀ ਨਾ ਛੁੱਟੇ, ਕੁਛ ਏਦਾਂ ਦਾ ਸ਼ਬਦ। ਹਾਂ, ਜੋਰੀ ਨਾ ਜੁੜੇ ਤੋਂ ਖਿੱਚ ਬਣੀ। ਬਿਲਕੁਲ ਉਹ ਚੀਜ਼ ਹੈ। ਤੇ ਉਹ ਜਿਹੜੀ ਐਸੀ ਖਿੱਚ ਬਣ ਜਾਂਦੀ ਹੈ ਤੇ ਉਹ ਜਿਹੜਾ ਐਸਾ ਰਾਮ ਨਾਮ ਦਾ ਆਧਾਰ ਹੈ। ਕਬੀਰ ਸਾਹਿਬ ਕਹਿੰਦੇ ਇਹਦਾ ਕੋਈ ਅੰਤ ਨਹੀਂ, ਹਨਾ ਜੀ। ਤੇ ਪ੍ਰਭੂ ਦੇ ਗੁਣ ਐਸੇ ਹੈਗੇ, ਇਹਦਾ ਬੇਅੰਤ ਹੈ। ਤੂੰ ਬੇਅੰਤ ਕੋ ਵਿਰਲਾ ਜਾਣੇ, ਹਨਾ ਜੀ। ਤਿਸਕੇ ਆਗੇ ਤੰਤ ਨਾ ਮੰਤ, ਤੇ ਉਹਦੇ ਅੱਗੇ ਕੋਈ ਤੰਤਰ ਮੰਤਰ ਨਹੀਂ ਕੰਮ ਹੋਣੇ, ਜਾਂ ਜਿਹੜਾ ਕਰਮ ਕਾਂਡ ਜਿਹਨੂੰ ਕਹਿੰਦੇ ਆ ਉਹਦੇ ਨਾਲ ਨਹੀਂ ਕੁਛ ਹੋਣਾ, ਕਿਸੇ ਹੋਰ ਚੀਜ਼ ਨਾਲ ਨਹੀਂ ਹੋਣਾ। ਉਹ ਤੈਨੂੰ ਤੇਰੇ ਅੰਦਰੋਂ ਹੀ ਮਤਲਬ ਉਪਜਣਾ। ਤੂੰ ਕਰਨਾ ਕੀ ਹੈ? ਬਸ ਇਹੀ ਜਿਹੜਾ ਗਿਆਨ ਲੈ ਰਹੇ ਆ ਆਪਾਂ, ਇਹ ਜੋ ਬ੍ਰਹਮ ਗਿਆਨੀਆਂ ਦਾ ਆਪਾਂ ਜਿਹੜਾ ਇਹ ਵਿਚਾਰ ਸੁਣ ਰਹੇ ਆ, ਇਹਨੂੰ ਕਮਾਉਣਾ ਹੈ। ਤੇ ਉਹ ਜਿਹੜੀ ਇਹ ਸਿਮਰਨ ਦੀ ਅਵਸਥਾ, ਇਹ ਹੌਲੀ ਹੌਲੀ ਧਿਆਨ ਸਮਾਧੀ ਚ ਕਨਵਰਟ ਹੋ ਕੇ ਉਸ ਜਿਹੜੀ ਯਾਤਰਾ ਹੈ। ਤੇ ਉਹ ਮਾਲਕ ਅੱਗੇ ਬਖਸ਼ ਕਰੇ, ਸਾਰੇ ਸਾਡੇ ਤੇ ਮਾਲਕ ਦੀ ਸਭ ਤੇ ਕਿਰਪਾ ਹੋਵੇ, ਹੈ ਨਾ ਜੀ। ਤੇ ਉਹ ਜਿਹੜਾ ਇਹ ਸਾਡਾ ਇਹ ਸਾਥ ਬਣਿਆ ਰਵੇ ਸੰਗਤ ਨਾਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਇਹਦੇ ਵਿੱਚ ਜਿਹੜਾ ਹੈਗਾ ਤਿਸਕੇ ਆਗੇ ਤੰਤ ਨਾ ਮੰਤ, ਕਹਿੰਦੇ ਭਾਈ ਤੰਤ ਮੰਤ ਕੀ ਹੈਗਾ? ਹਾਂ, ਦੇਖ ਲਓ, ਮਾਇਆ ਐਸੀ ਹੈਗੀ ਕਿ ਇਹਦੇ ਕੋਲ ਸਾਰੇ ਤੰਤ ਮੰਤ ਹੈਗੇ ਮਾਇਆ ਦੇ ਕੋਲ। ਇਹਨੇ ਜਿਹੜਾ ਹੈਗਾ ਨਾ, ਜਿਹੜੇ ਹੋਰ ਕਿਸੇ ਕਰਮ ਕਾਂਡ ਦੇ ਵਿੱਚ ਆਪਾਂ ਜਾ ਰਹੇ, ਹੋਰ ਕੋਈ ਕਰਮ ਕਾਂਡ ਕਰ ਰਹੇ ਹਾਂ, ਉਹਦੇ ਨਾਲ ਇਹਨੇ ਮਾਇਆ ਨੇ ਉਸੇ ਵੇਲੇ ਡੇਗ ਦੇਣਾ ਆਪਾਂ ਨੂੰ। ਇਹਨੇ ਆਪਣਾ ਤੰਤਰ ਮੰਤਰ ਚਾਲੂ ਕਰ ਦੇਣਾ। ਕਹਿੰਦੇ ਆਹ ਸਿਮਰਨ ਵਾਲਾ ਜਿਹੜਾ ਕਾਰਵਾਈ ਹੈਗੀ, ਇਹ ਐਕਸ਼ਨ ਜੇ ਤੂੰ ਕਰ ਰਿਹਾ, ਇਹਦੇ ਅੱਗੇ ਮਾਇਆ ਦਾ ਕੋਈ ਤੰਤਰ ਮੰਤਰ ਨਹੀਂ ਚੱਲਦਾ। ਇਹ ਮਾਇਆ ਜਿਹੜੀ ਹੈਗੀ ਟਿੱਲ ਲਾ ਲੈ, ਇਹ ਡਿਗਾ ਨਹੀਂ ਸਕਦੀ। ਬਸ ਇਹਦਾ ਦਾਸੀ ਬਣ ਜਾਂਦੀ। ਹਾਂ, ਬਸ ਤਿਸਕੇ ਆਗੇ ਤੰਤ ਨਾ ਮੰਤ, ਇਹਦੇ ਅੱਗੇ ਕੋਈ ਤੰਤਰ ਮੰਤਰ ਨਹੀਂ ਹੈਗਾ। ਇਸ ਕਰਕੇ ਭਾਈ ਦੇਖ ਲਓ, ਇਹਦੇ ਵਿੱਚ ਕਬੀਰ ਜੀ ਨੇ ਆਪਾਂ ਨੂੰ ਸਿਮਰਨ ਦੱਸਿਆ। ਸਿਮਰਨ ਕੀ ਹੈਗਾ, ਕਿਵੇਂ ਕਰਨਾ ਹੈ ਸਿਮਰਨ, ਔਰ ਇਹ ਸਾਰਾ ਜਿਹੜਾ ਹੈਗਾ ਇਹ ਆਪਾਂ ਨੂੰ ਜਿਹੜਾ ਹੈਗਾ
ਇਹਦਾ ਕਿਉਂਕਿ ਮਹਾਰਾਜ ਮਿਹਰ ਕਰੇ ਆਪਾਂ ਜਿਹੜੇ ਹੈਗੇ ਇਹ ਪ੍ਰੈਕਟੀਕਲ ਕਰੀਏ, ਕਿਉਂਕਿ ਸਮਾਂ ਜਿਹੜਾ ਹੈਗਾ, ਜੀਵਨ ਜਿਹੜਾ ਹੈਗਾ ਬਹੁਤ ਥੋੜ੍ਹਾ ਹੈਗਾ। ਔਰ ਇਸ ਡੰਡੇ ਤੋਂ ਉੱਪਰ ਜਿਹੜੀ ਹੈਗੀ ਆਪਣੀ ਆਖਰੀ ਜਿਹੜੀ ਛਲਾਂਗ ਹੈਗਾ ਉਹ ਲਗਾਈਏ, ਜਿਹਦੇ ਲਈ ਕਿ ਇਸ ਦੇਹੀ ਕੋ ਸਿਮਰਿਆ ਦੇਵ, ਸਾ ਦੇਹੀ ਭਜ ਹਰ ਕੀ ਸੇਵ। ਦੇਵਤੇ ਵੀ ਚਾਹੁੰਦੇ ਆ ਭਾਈ ਕਿ ਬਈ ਸਾਨੂੰ ਮਨੁੱਖਾ ਜੀਵਨ ਮਿਲੇ ਔਰ ਅਸੀਂ ਜਿਹੜਾ ਹੈਗੇ ਇਹ ਆਖਰੀ ਛਲਾਂਗ ਲਗਾਈਏ, ਕਿਉਂਕਿ ਮੁਕਤੀ ਮਿਲਣੀ ਹੈਗੀ, ਪ੍ਰਕਿਰਤੀ ਦੀ ਕੈਦ 'ਚੋਂ ਬਾਹਰ ਹੋਣਾ ਹੈ। ਭਾਵੇਂ ਕੋਈ ਦੇਵਤਾ ਹੈਗਾ, ਭਾਵੇਂ ਕੋਈ ਅਵਤਾਰ ਹੈਗਾ, ਸਾਰੇ ਜਿਹੜੇ ਹੈਗੇ ਹੋਰ ਜਿਹੜੇ ਜਿੰਨੀਆਂ ਵੀ ਜੂਨਾਂ ਹੈਗੀਆਂ, ਮੁਕਤੀ ਮਿਲਣੀ ਲੈਣੀ ਆ ਤੇ ਮਨੁੱਖ ਜੂਨ ਲੈਣੀ ਪਊਗੀ। ਔਰ ਇਸ ਤੋਂ ਉੱਪਰ ਸਿਖਰਲੇ ਡੰਡੇ ਤੋਂ ਇਸ ਤੋਂ ਆਹੀ ਰਸਤਾ ਹੈਗਾ ਸਿਮਰਨ ਵਾਲਾ। ਔਰ ਇਸ ਤੋਂ ਹੀ ਆਪਾਂ ਜਿਹੜੇ ਹੈਗੇ ਆ ਇਹਦੇ ਦੁਆਰਾ ਹੀ ਜਿਹੜੇ ਹੈਗੇ ਇਹ ਗੇਮ 'ਚੋਂ ਬਾਹਰ ਹੋ ਸਕਦੇ ਆ। ਇਹ ਜੀ ਅੱਜ ਦੀ ਵਿਚਾਰ, ਭੁੱਲਾਂ ਚੁੱਕਾਂ ਦੀ ਖਿਮਾ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। हे ਮਾਲਕਾ, ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ। ਇਹ ਘੜੀ ਜਿਹੜੀ ਸਾਡੇ ਜੀਵਨ ਦੇ ਵਿੱਚ ਜਿਹੜੀ ਹੈਗੀ ਆ, ਇਹ ਸਾਧ ਸੰਗਤ ਦੀ ਘੜੀ ਦਿੱਤੀ। ਕੋਟਾਨ ਕੋਟ ਸ਼ੁਕਰ ਹੈ ਮਾਲਕਾ, ਕੋਟਾਨ ਕੋਟ ਸ਼ੁਕਰ ਹੈ। ਇਹ ਜੋ ਗਿਆਨ ਦੀ ਕਣੀ ਜਿਹੜੀ ਹੈਗੀ ਆਪਾਂ ਨੇ ਤੂੰ ਦਾਤ ਦਿੱਤੀ ਆ, ਮਿਹਰ ਕਰੋ ਜਿਹੜਾ ਹੈਗਾ ਸਾਡੇ ਅੰਦਰ ਜਿਹੜੀ ਆ ਸਾਡੀਆਂ ਕਮੀਆਂ ਜਿਹੜੀਆਂ ਹੈਗੀਆਂ ਦੂਰ ਕਰਕੇ, ਔਰ ਇਹ ਧਿਆਨ ਜਿਹੜਾ ਹੈਗਾ, ਇਹ ਸਿਮਰਨ ਜਿਹੜਾ ਹੈਗਾ ਇਹ ਕਰਵਾਓ। ਇਹੀ ਬੇਨਤੀ ਹੈਗੀ ਆ। ਆਪ ਜੀ ਮਿਹਰ ਕਰਨਾ। ਸੰਗਤ ਜਿਹੜੀ ਹੈਗੀ ਆ ਇਹ ਝੋਲੀ ਅੱਡ ਕੇ ਆਪ ਜੀ ਦੇ ਦਰ 'ਤੇ ਖੜੀ ਆ। ਦਾਤਾਂ ਪਾਓ ਮਾਲਕਾ, ਮਿਹਰ ਕਰੋ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।